Hello, friends, and welcome to City Punjab. So, today we are going to discuss the current affairs from 3rd to 9th October. ਜਿਹੜੇ ਵੀ important current affairs हैं सारे ਆਪਾਂ ਇਸ discussion 'ਚ cover ਕਰਨ ਵਾਲੇ हैं. This is the list of all the topics that we are going to cover. ਬਹੁਤ ਹੀ important prelims ਤੇ main specific ਇਹ discussion ਹੋਣ ਵਾਲੀ ਹੈ. So, please ਅੱਗੇ ਵਧਣ ਤੋਂ ਪਹਿਲਾਂ please like and subscribe ਕਰੋ ਸਾਡਾ channel so that we can reach you easily in with all the quality content that we are producing. ठीक है जी, let's start directly with the first topic. First is the most important one for this year's examination. Nobel Prize ਜਿਹੜੇ ਹੈ 2024 ਦੇ declare ਹੋ ਗਏ ਨੇ. First Nobel that is medicine ਦੇ area ਦੇ ਵਿੱਚ ਇਹ declare ਹੋ ਗਿਆ ਹੈ. Victor Ambros and Gary Ruvkun ਨੂੰ ਇਹ ਜਿਹੜਾ award ਹੈ ਗਿਆ ਹੈ for their discovery of micro RNA and their functioning. ਠੀਕ ਹੈ, ਸੋ ਹੁਣ ਕੀ ਦੱਸਿਆ ਗਿਆ ਹੈ ਬਰੀਫਲੀ ਥੋੜਾ ਜਿਹਾ ਆਪਾਂ ਸਮਝ ਲੈਂਦੇ ਹਾਂ, ਜ਼ਿਆਦਾ ਡਿਟੇਲ ਟੈਕਨੀਕੈਲਿਟੀਜ਼ 'ਚ ਜਾਣ ਦੀ ਜ਼ਰੂਰਤ ਨਹੀਂ ਹੈ. ਬਟ ਦੇਖੋ, ਅਗਰ ਆਪਾਂ ਪ੍ਰੋਟੀਨ ਦੇਖੀਏ, ਪ੍ਰੋਟੀਨ ਫਾਰਮੇਸ਼ਨ ਇਨ ਬੋਡੀ ਹੈਪਨਸ ਥਰੂ 2 steps. Step 1 is transcription, step 2 is translation. ਟ੍ਰਾਂਸਕ੍ਰਿਪਸ਼ਨ 'ਚ ਕਿਆ ਹੁੰਦਾ ਹੈ, ਸਾਡੇ DNA ਦੀ ਕਾਪੀਜ਼ ਬਣ ਕੇ mRNA ਵਿੱਚ ਸਟੋਰ ਹੋ ਜਾਂਦੀਆਂ ਨੇ. mRNA ਜਿਹੜਾ ਨਿਊਕਲੀਅਸ ਤੋਂ ਫਿਰ ਨਿਕਲ ਕੇ ਸੈਲ ਫਿਊਇਡਸ 'ਚ ਜਾਂਦਾ ਹੈ, ਜਿਹਦੇ ਵਿੱਚ ਉਹ ਰਾਈਬੋਸੋਮ ਨਾਲ ਜਾ ਕੇ ਜੁੜ ਜਾਂਦਾ ਹੈ. ਇਫ ਯੂ ਹੈਵ ਸਟੱਡੀਡ ਬੇਸਿਕ ਸਾਇੰਸਿਸ ਯੂ ਵਿਲ ਅੰਡਰਸਟੈਂਡ ਕਿ ਜਿਹੜੀ ਰਾਈਬੋਸੋਮ ਹੈ ਉਹੀ ਪ੍ਰੋਟੀਨ ਫਾਰਮੇਸ਼ਨ ਲਈ ਆਪਣੇ ਰਿਸਪੌਂਸਿਬਲ ਹੁੰਦੀ ਹੈ, ਰਾਈਟ. ਨਾਓ ਰਾਈਬੋਸੋਮ 'ਚ ਕਿਆ ਹੁੰਦਾ ਹੈ, ਇੱਕ ਦੂਸਰਾ ਪ੍ਰੋਸੈਸ ਟ੍ਰਾਂਸਲੇਸ਼ਨ ਪ੍ਰੋਸੈਸ ਦੇ ਥਰੂ ਟ੍ਰਾਂਸਫਰ RNA ਜਿਹੜੇ ਹੈ ਉਹ ਅਮੀਨੋ ਐਸਿਡਸ ਲਿਆਉਂਦੇ ਨੇ. ਸੋ ਇਹ ਰਾਈਬੋਸੋਮ 'ਚ ਕਿਆ ਹੁੰਦਾ ਹੈ, 2 ਚੀਜ਼ਾਂ ਨਾਓ ਪ੍ਰੈਜ਼ੈਂਟ ਹੈ, mRNA ਐਂਡ ਟ੍ਰਾਂਸਫਰ RNA. ਇਹ ਦੋਨੋਂ ਮਿਲ ਕੇ ਇਹਨਾਂ ਦਾ ਕੰਬੀਨੇਸ਼ਨ ਹੈ, ਜਿਸ ਤਰੀਕੇ ਨਾਲ ਇੰਟਰੈਕਟ ਕਰਦੇ ਨੇ that makes different kind of proteins in our body, ਰਾਈਟ. ਹੁਣ ਕਈ ਵਾਰੀ ਅਨਰੈਗੂਲੇਟਿਡ ਪ੍ਰੋਟੀਨ ਪ੍ਰੋਡਕਸ਼ਨ ਹੁੰਦੀ ਹੈ ਵਿਚ ਇਜ਼ ਨਾਟ ਗੁੱਡ ਫॉर ਆਰ ਬੋਡੀ, ਜਿਹਦੀ ਵਜ੍ਹਾ ਤੋਂ ਡਿਫਰੈਂਟ ਡਿਸੀਜ਼ਸ ਵੀ ਕਾਜ਼ ਹੁੰਦੀਆਂ ਹੈ. ਤੋ ਇਹੀ ਪ੍ਰੋਡਕਸ਼ਨ ਨੂੰ ਰੋਕਣ ਲਈ ਨਾਓ ਦਿਸ ਮਾਈਕਰੋ RNA ਵਿਲ ਹੈਲਪ. ਮਾਈਕਰੋ RNA ਕੀ ਕਰੇਗਾ, ਇਸ ਤਰੀਕੇ ਨਾਲ ਇੱਥੇ ਅਟੈਚ ਹੋਏਗਾ ਕਿ ਇਹਨੂੰ ਸਾਇਲੈਂਸ ਕਰ ਦੇਗਾ. ਸਾਇਲੈਂਸ ਇਜ਼ ਅ ਟੈਕਨੀਕਲ ਵਰਡ ਇਨ ਦ ਸੈਂਸ ਕਿ ਇਹ ਇਹਨੂੰ ਆਪਦੀ ਕੈਰੈਕਟਰਿਸਟਿਕ ਸ਼ੋ ਨਹੀਂ ਕਰਨ ਦੇਗਾ, ਪ੍ਰੋਟੀਨ ਫਾਰਮੇਸ਼ਨ ਨੂੰ ਪ੍ਰੋਹਿਬਿਟ ਕਰੇਗਾ, right. That is where this discovery has happened. So this इसीलिए आप ਇੱਥੇ ਲਿਖਿਆ micro RNA ਜਿਹੜਾ ਹੈ it works in the post transcriptional gene regulation stage. It bonds with mRNA to regulate protein production, right. This is what is the discovery briefly. ठीक है, थोड़ा ਜਿਹਾ ਇਹਨੂੰ ਪੜਨ ਦੀ ਕੋਸ਼ਿਸ਼ ਕਰੋ, you will understand. Just basics ਹੈ ਤੇ prelims ਦਾ question ਆ ਸਕਦਾ ਹੈ, so remember this part, right. that will be there. ਇਹ ਫਿਊਚਰ 'ਚ ਆਉਣ ਵਾਲੀ ਡਿਫਰੈਂਟ ਡਿਸੀਜ਼ਸ ਨੂੰ ਫਾਈਟ ਕਰਨ 'ਚ ਆਪਾਂ ਨੂੰ ਹੈਲਪ ਕਰ ਸਕਦਾ ਹੈ. ਕੈਂਸਰ, ਡਾਇਬਟੀਜ਼, ਆਟੋਇਮਿਊਨ ਡਿਸੀਜ਼ਸ ਲਈ ਅੱਛਾ ਸੋਲਿਊਸ਼ਨ ਹੋ ਸਕਦਾ ਹੈ. ਨਾਓ ਨੈਕਸਟ ਹੈਗਾ ਹੈ, ਸੁਪਰੀਮ ਕੋਰਟ ਨੇ ਦੇਖੋ ਜਜਮੈਂਟ ਦਿੱਤੀ ਹੈ. ਦਿਸ ਹੈਪਨਡ ਇਨ ਅਗਸਤ ਬਟ ਇਹ ਇੰਪੋਰਟੈਂਟ ਜਜਮੈਂਟ ਹੈ, ਆਈ ਕਵਰ ਇਟ ਟੁਡੇ ਇਟਸੈਲਫ. ਸੋ ਇਹ ਜਜਮੈਂਟ ਦੇ ਅਕੋਰਡਿੰਗ ਕਿਆ ਹੈ, ਦੇਖੋ ਹਜੇ ਕਿਆ ਹੁੰਦਾ ਹੈ, 1989 ਦੇ ਵਿੱਚ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਆਈ ਸੀ, ਜਿਹਦੇ ਅਕੋਰਡਿੰਗ ਮਿਨਰਲਸ ਐਂਡ ਮਾਈਨ ਡਿਵੈਲਪਮੈਂਟ ਰੈਗੂਲੇਸ਼ਨ ਐਕਟ ਦੇ ਅੰਡਰ ਜਿਹੜੀ ਮਿਨਰਲਸ ਐਕਸਟ੍ਰੈਕਸ਼ਨ ਦੇ ਟੈਕਸਿਸ ਹੈ ਨਾ, ਉਹ ਸੈਂਟਰਲ ਗਵਰਨਮੈਂਟ ਲਗਾਉਂਦੀ ਹੈ ਜਾਂ ਪਾਰਲੀਮੈਂਟ ਲਗਾਉਂਦੀ ਹੈ. ਤੁਸੀਂ ਦੇਖੋ ਇਹ ਆਪਣਾ ਇੰਡੀਆ ਹੈ, ਸਮਝ ਲਓ ਬਹੁਤ ਸਾਰੀ ਸਟੇਟਸ ਹੈ ਜਿੱਥੇ ਬਹੁਤ ਮਿਨਰਲਸ ਪਾਏ ਜਾਂਦੇ ਆ, ਝਾਰਖੰਡ, ਛੱਤੀਸਗੜ੍ਹ ਐਂਡ ਆਲ. ਤਾਂ ਉਹਨਾਂ ਦੀ ਸਟੇਟ ਗਵਰਨਮੈਂਟ ਨਹੀਂ, ਰਾਦਰ ਸੈਂਟਰ ਗਵਰਨਮੈਂਟ ਜਾਂ ਆਪਣੇ ਪਾਰਲੀਮੈਂਟ ਜਿਹੜੀ ਹੈ ਤੇ ਟੈਕਸੇਸ਼ਨ ਲਾਉਂਦੀ ਰਹੀ ਹੈ ਮਿਨਰਲ ਐਕਸਟ੍ਰੈਕਸ਼ਨ ਤੇ. ਕੋਈ ਵੀ ਕੰਪਨੀ ਜਿਹੜੀ ਮਿਨਰਲਸ ਕੱਢਦੀ ਹੈ ਦੇ ਹੈਵ ਟੂ ਪੇ ਟੈਕਸਿਸ ਟੂ ਦੀ ਸੈਂਟਰ ਗਵਰਨਮੈਂਟ. states ਨੂੰ ਸਿਰਫ royalties ਮਿਲਦੀਆਂ, they cannot apply any other taxes, right. That was the interpretation of the judiciary in 1989. but ਹੁਣ latest judgment ਆਈ ਹੈ, very crucial judgment, ਜਿਹਦੇ ਵਿੱਚ the Supreme Court has said that only states have the right to impose tax. ਕਿਉਂਕਿ state ਦੀ territory ਦੇ ਵਿੱਚ ਮਿਲ ਰਿਹਾ ਹੈ mineral, ਤਾਂ state ਹੀ ਉਹਨੂੰ ਟੈਕਸ ਕਰੇਗੀ, ਉਹ state ਦੀ wealth ਹੋਈ, right. Parliament cannot impose any tax, rather they can just regulate the state government ਕਿ ਕੋਈ state government mineral extraction 'ਚ ਬਾਧਾ ਨਾ ਬਣੇ, ਕਿਉਂਕਿ ਮਿਨਰਲਸ ਆਰ ਇੰਪੋਰਟੈਂਟ ਫॉर ਆਰ ਡਿਵੈਲਪਮੈਂਟ. ਤਾਂ ਮਿਨਰਲਸ ਤਾਂ ਅਸੀਂ ਐਕਸਟ੍ਰੈਕਟ ਕਰਨੇ ਹੀ ਹੈ, ਤਾਂ ਲੋਕਲ ਪੋਲਿਟਿਕਸ ਕਰਕੇ ਕੋਈ ਵੀ ਸਰਕਾਰ, ਲੋਕਲ ਸਰਕਾਰ ਇਸ ਐਕਸਟ੍ਰੈਕਸ਼ਨ ਦੇ ਪ੍ਰੋਸੈਸ ਵਿੱਚ ਹਿੰਡਰੈਂਸ ਨਾ ਬਣੇ. ਸਿਰਫ ਇੰਨੀ ਚੀਜ਼ ਪਾਰਲੀਮੈਂਟ ਰੈਗੂਲੇਟ ਕਰ ਸਕਦੀ ਹੈ, but they do not have any right to tax the minerals. This is a very huge development that is happening, ਠੀਕ ਹੈ. ਸੋ ਇਹਨੂੰ ਟਰੈਕ ਰੱਖਾਂਗੇ ਆਪਾਂ ਅੱਗੇ. ਹਜੇ ਲਈ ਇਹ ਜਜਮੈਂਟ ਦਾ ਜਿਹੜਾ ਆਊਟਪੁੱਟ ਹੈ ਇਹਨੂੰ ਯਾਦ ਰੱਖੋ, ਰਾਈਟ. ਇਹ ਤੇ ਕੁਐਸਚਨਸ ਜੋ ਹੈ ਉਹ ਬਣਨਗੇ, ਆਪਾਂ ਇਹਨੂੰ ਥੋੜਾ ਡਿਟੇਲ ਵਿੱਚ ਅੱਗੇ ਜਾ ਕੇ ਸਟੱਡੀ ਕਰਾਂਗੇ.
राइट। अगे ਵਧਣ ਤੋਂ ਪਹਿਲਾਂ आई वुड लाइक टू इन्फॉर्म यू दैट वी आर स्टार्टिंग विद आर फ्रैश फाउंडेशनल बैचेस थर्सडे ਤੇ फ्राइडे, यानी कि कल ਤੇ परसों ਇਹਦੀ ਡੈਮੋ ਕਲਾਸਿਸ ਵੀ ਲੱਗਣਗੀਆਂ ਸ਼ਾਮ ਨੂੰ 6 ਵਜੇ। ਸੋ ਪਲੀਜ਼ connect with us on this number to get the details of our batch। ठीक है, prepare well for PCS, कदों भी एग्जाम आ सकता है। be prepared, be wise, do not keep waiting for the notification तो बाद इन्ना टाइम नहीं होएगा तैयारी दा। push up your तैयारी now itself with Siddhi Punjab to get direction in your preparation। so contact us on this number। ਜਿਹੜੇ ਬੱਚੇ ਆਲਰੇਡੀ GS ਤਿਆਰ ਕਰ ਚੁੱਕੇ ਨੇ ਉਹਨਾਂ ਲਈ ਸਾਡੇ ਕੋਲ ਮੇਨਸ ਟੈਸਟ ਸੀਰੀਜ਼ ਵੀ ਅਵੇਲੇਬਲ ਹੈ। ਸਟਾਰਟ ਪ੍ਰੈਕਟਿਸਿੰਗ ਟੈਸਟ ਸੀਰੀਜ਼ ਪ੍ਰੀਲਿਮਸ ਦੀ ਵੀ ਅਵੇਲੇਬਲ ਹੈ। ਸਟਾਰਟ ਪ੍ਰੈਕਟਿਸਿੰਗ, ਸਟਾਰਟ ਟੈਕਸਟਿੰਗ yourself, start revising, all of that will help you in the examination। so contact us on this number for all the details। ठीक है जी। and then next topic ਹੈਗਾ ਹੈ the 9th francophone summit। ਸੋ ਬੇਸਿਕਲੀ ਫਰਾਂਸ ਇਹ ਸਮਿਟ ਜਿਹੜਾ ਹੈ ਕੰਡਕਟ ਕਰਦਾ ਆ ਰਿਹਾ ਕਾਫੀ ਸਾਲਾਂ ਤੋਂ। ਫ੍ਰੈਂਚ ਸਪੀਕਿੰਗ ਜਿਹੜੀ ਕੰਟਰੀਜ਼ ਹੈ ਜਿਨ੍ਹਾਂ 'ਚ ਵੀ ਫ੍ਰੈਂਚ ਬੋਲੀ ਜਾਂਦੀ ਹੈ, ਫ੍ਰੈਂਚ ਇੰਟਰੋਡਿਊਸ ਕੀਤੀ ਗਈ ਹੈ, ਮੋਸਟਲੀ ਓਵਲੀ ਕੰਟਰੀਜ਼ ਇਸ ਦੇ ਵਿੱਚ ਅਟੈਂਡ ਕਰਨਗੀਆਂ, ਬਟ ਮੈਨੀ ਅਦਰ ਕੰਟਰੀਜ਼ ਆਲਸੋ ਵਿਲ ਬੀ ਪਾਰਟਿਸਿਪੇਟਿੰਗ। ਰਾਈਟ, ਇਹ 1539 ਤੋਂ ਇਹ ਸਮਿਟ ਚੱਲ ਰਿਹਾ ਹੈ। ਪ੍ਰੀਲਿਮਸ 'ਚ ਕੋਈ ਕੁਐਸਚਨ ਆ ਸਕਦਾ ਹੈ, ਦੈਟ ਇਜ਼ ਵਾਈ ਆਈ ਐਮ ਕਵਰਿੰਗ ਇਟ। ਥੋੜਾ ਜਿਹਾ ਇਹਨੂੰ ਬੇਸਿਕ ਡਿਟੇਲਸ ਜਿਹੀਆਂ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ, ਬਾਅਦ 'ਚ ਆਪਾਂ ਕਨਫਿਊਜ਼ ਨਹੀਂ ਹੋਣੇ ਚਾਹੀਦੇ। ਇਹਦੇ ਆਬਜੈਕਟਿਵਸ ਕਿਆ ਬੇਸਿਕਲੀ ਹੋਣਗੇ, ਮਲਟੀਲੇਟਰਲਿਜ਼ਮ ਨੂੰ ਰੀਨਿਊ ਕਰਨਾ, ਰਾਈਟ, ਡਿਜੀਟਲ ਇਸ਼ੂਜ਼ ਤੇ ਗੱਲਬਾਤ ਕਰਨਗੇ ਤੇ ਕਲਚਰਲ ਤੇ ਲਿੰਗੁਇਸਟਿਕ ਡਾਇਵਰਸਿਟੀ ਨੂੰ ਪ੍ਰਮੋਟ ਕਰਨ ਤੇ ਵੀ ਡਿਸਕਸ਼ਨਸ ਵਿਲ ਬੀ देयर। ਰਾਈਟ, ਬਹੁਤ ਸਾਰੀ ਨਾਨ ਫ੍ਰੈਂਚ ਸਪੀਕਿੰਗ ਕੰਟਰੀਜ਼ ਵੀ ਹੋਣਗੀਆਂ, ਜਿਵੇਂ ਮੈਂ ਕਿਹਾ 100 ਤੋਂ ਪਲੱਸ ਕੰਟਰੀਜ਼ ਜਿਹੜੀਆਂ ਇਨਵਾਈਟਡ ਨੇ। ਇੰਡੀਆ ਇਜ਼ ਆਲਸੋ ਇਨਵਾਈਟਡ ਐਜ਼ ਇੰਡੀਆ ਇਜ਼ ਗ੍ਰੈਂਡ ਪਾਰਟਨਰ ਆਫ ਫਰਾਂਸ itself। so let's see what happens। ठीक है जी। now इंडिया फ्रांस एज आई टोल्ड यू बहुत ही इंपॉर्टेंट रिलेशंस है, स्पेशली इन द डिफेंस एरिया। ਆਪਾਂ ਰਫੇਲ ਜੈਟਸ ਜਿਹੜੇ ਆ ਆਲਰੇਡੀ ਵੀ ਆਰ ਗੋਇੰਗ ਟੂ ਗੈਟ ਫਰਮ ਫਰਾਂਸ। ਫਰਾਂਸ ਹੈਜ਼ ਅਗਰੀਡ ਟੂ ਰਿਡਿਊਸ the cost of the Rafale jet significantly। it is a very big development। ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨਾਲ ਸਬਮਰੀਨਸ ਦੀ ਵੀ ਡੀਲ ਸਾਈਨ ਕਰਨ ਵਾਲੇ ਹਾਂ। many other kind of planes and all we can also procure। इसलिए France has also agreed to reduce the cost of Rafale jets also। so this is an important development। ਇਸ 'ਚ ਜੋ details ਆਣੀਆਂ ਉਹ ਆਪਾਂ ਅੱਗੇ ਦੇਖਾਂਗੇ। ਰਾਈਟ, ਥੋੜੀ ਥੋੜੀ ਨਿਊਜ਼ ਆਉਂਦੀ ਹੈ, ਵੀ ਹੈਵ ਟੂ ਕਵਰ ਡੇਲੀ ਛੋਟਾ ਛੋਟਾ ਅਪਡੇਟਸ ਓਨਲੀ। ਬੇਸਿਕਸ ਤਾਂ ਸਾਡੇ ਕਲਾਸਿਸ 'ਚ ਹੀ ਕਵਰ ਹੋ ਜਾਂਦੇ ਆ। IR classes we have covered। if you face any issue in covering IR topics ਤਾਂ ਤੁਸੀਂ ਸਾਡੀ classes ਲਗਾਓ। all of this content, ਇਹਨਾਂ ਦੀ history, ਇਹਨਾਂ ਦੀ background, how these topics, how these relations are developing, ਇਹਨਾਂ ਦਾ background ਜਾਨਣਾ ਜ਼ਰੂਰੀ ਹੈ to understand them today। so that is covered in our basic GS batch। ਸਿਰਫ IR ਦਾ ਵੀ component ਤੁਸੀਂ ਲਗਾ ਸਕਦੇ ਹੋ if you are weak in IR। so contact us on the same number to know more। ठीक है जी। नाउ नेक्स्ट आ रहा है क्वाड ਦੇ ਰਿਲੇਟਡ ਇਨਫੋਰਮੇਸ਼ਨ ਆਈ ਹੈ। क्वाड ग्रुपिंग बिटवीन द 4 कंट्रीज। ठीक है, नाउ जापानीज प्राइम मिनिस्टर ने कह दिया सी रिसेंटली दैट क्वाड इज लाइक अ एशियन नाटो क्या सी मिलिट्री अलायंस, कि अगर एक कंट्री ते अटैक होगा वो सारी नाटो दी कंट्रीज अपने ते अटैक मननगियां एंड दे विल अटैक द एनिमी। राइट, इट वाज मोस्टली अ मिलिट्री ग्रुपिंग। राइट, लड़ाइयां करने वास्ते यू कैन से कन्फ्लिक्ट्स च पार्टिसिपेशन ਲਈ बनी सी। बट सो जापानीज प्राइम मिनिस्टर कह रहे हैं कि क्वाड इज इक्वलेंट टू एशियन नाटो। एशियन एरिया ਦੇ ਵਿੱਚ मिलिट्री अलायंस है, बट इंडिया हैज आउटराइटली रिजेक्टेड इट कि NATO is in no way any kind of military alliance। it is just a cooperation grouping ਜਿਹੜੀ कि इंडो पैसिफिक रीजन च कोऑपरेशन ते डेवलपमेंट ਲਈ बनी है। इंडिया always stands for multi alignment, यानी कि इंडिया has good ties with Russia also and the enemies like US and Western countries also। so India is not aligned with any particular grouping like NATO was there। ਨਾਟੋ ਕੋਲਡ ਵਾਰ 'ਚ ਹੁੰਦਾ ਸੀ, ਇੱਕ ਪਾਸੇ ਸੀ US ਲੈਡ ਗਰੁੱਪਿੰਗ ਦੈਟ ਵਾਜ਼ ਨਾਟੋ ਔਰ ਦੂਸਰੀ ਤਰਫ ਰਸ਼ੀਆ ਲੈਡ ਗਰੁੱਪਿੰਗ ਸੀ ਵਾਰਸੇ ਪੈਕਟ। ਰਾਈਟ, these are seen as working against each other। so ਇੰਡੀਆ ਕਹਿੰਦਾ ਹੈ ਕਿ ਅਸੀਂ ਕਿਸੇ ਕੰਟਰੀ ਦੇ ਅਗੇਂਸਟ ਨਹੀਂ ਹੈ when we are sitting in quad, rather we are working for, we stand for always multi alignment। राइट, ये इंपॉर्टेंट है, तुसी याद रखना है। SJ शंकर साहब दी ये स्टेटमेंट है, यू कैन यूज इट इन योर आंसर्स। राइट, बहुत इंपॉर्टेंट ऑब्जर्वेशन है अबाउट क्वाड इटसेल्फ इज अ वेरी इंपॉर्टेंट टॉपिक। ठीक है, ਉਹਦਾ लेटेस्ट समिट भी होया सी, ਆਪਾਂ ਇਹ 2-3 डिस्कशन ਪਹਿਲਾਂ ही कवर ਕੀਤਾ है। सो कवर दैट वेरी वाइजली।
right? Now West Asia ch, you know, there is a long crisis, there is huge crisis that is going on. ਜਿਹੜਾ ਪੂਰਾ West Asia ਦਾ crisis ਹੈ, it is going to impact India heavily. So ਉਹਦੇ impacts ਹੀ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ. First see the region in conflict. ਇਹ ਜਿਹੜਾ ਤੁਹਾਡੇ ਸਾਹਮਣੇ circled region ਹੈ, almost ਇਸ region ਵਿੱਚ ਸਾਰਾ ਕਨਫਲਿਕਟ ਚੱਲ ਰਿਹਾ ਹੈ. ਇੱਕ ਪਾਸੇ ਇਜ਼ਰਾइल, ਹਮਾਸ, ईरान, हिजबुल्ला, ये सारी पार्टीज इन्वॉल्व हो गई हैं. नाउ अगेन इफ यू वांट टू अंडरस्टैंड द बैकग्राउंड ऑफ दिस इशू, प्लीज कवर योर बेसिक कंटेंट ऑफ IR. चाहे किसी बुक चो करो, चाहे कोई क्लासेस लगाओ, चाहे साडी क्लासेस लगाओ, ये बैकग्राउंड ਜਿਹੜਾ है ਤੁਹਾਨੂੰ थोड़ा बेसिक तो शुरू करोगे तब समझ आएगा. right now what we have to study is the impacts on India. कि ये लड़ ਤਾਂ ਰਹੇ ਨੇ but India ਤੇ ਵੀ impact ਇਹਦਾ ਹੋਏਗਾ. so impacts क्या है, देखो, India gets its major energy supplies from this route, from this area. ठीक है, रेड सी ਤੋਂ ਹੋ ਕੇ ਜਾਂ ਯੂ نو ਗਲਫ ਤੋਂ ਹੋ ਕੇ ਇਹਨਾਂ ਸਾਰਾ ਏਰੀਆਜ਼ ਤੋਂ ਆਉਂਦਾ ਹੈ, ਤੇ ਇਹ ਸਾਰੇ ਦੋਨੋਂ ਹੀ ਏਰੀਆਜ਼ ਜਿਹੜੇ ਆ ਕਨਫਲਿਕਟ ਪ੍ਰੋਨ ਚੱਲ ਰਹੇ ਨੇ. ਰਾਈਟ, ਸੋ ਇਹਦਾ ਮਤਲਬ क्या है, એનર્ਜੀ ਸਪਲਾਈਜ਼ ਜਿਹੜੀਆਂ ਉਹ ਘੱਟ ਹੋਣਗੀਆਂ. ਜਦੋਂ ਆਇਲ ਵਗੈਰਾ ਟਾਈਮਲੀ ਨਹੀਂ ਆਏਗਾ ਇੰਡੀਆ ਦੇ ਵਿੱਚ, ਦੈਟ ਇਜ਼ ਵੈਨ ਇਨਫਲੇਸ਼ਨਰੀ ਪ੍ਰੈਸ਼ਰ ਆਲਸੋ ਸਟਾਰਟ. ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ, ਇਸੇ ਲਈ ਤੁਸੀਂ ਦੇਖਿਆ ਵੀ ਹੋਣਾ ਸਬਜ਼ੀਆਂ ਵਗੈਰਾ ਦੇ ਦਾਮ ਜਿਹੜੇ ਆ ਚੱਕੇ ਗਏ ਨੇ. ਵਨ ਰੀਜ਼ਨ ਇਜ਼ ਦਿਸ ਕ੍ਰਾਈਸਿਸ ਆਲਸੋ. ਠੀਕ ਹੈ, ਸੈਕਿੰਡ ਐਜ਼ ਬਹੁਤ ਸਾਰਾ ਟ੍ਰੇਡ ਜਿਹੜਾ ਇੰਡੀਆ ਦਾ ਇਸ ਰੂਟ ਦੇ ਥਰੂ ਮੂਵ ਕਰਦਾ ਹੈ, ਯੂ نو ਯੂਰਪ ਤੋਂ ਲੈ ਕੇ ਜਾਂ ਅਦਰ ਕੰਟਰੀਜ਼ ਤੋਂ ਲੈ ਕੇ. ਆਲਮੋਸਟ ਇਟ ਇਜ਼ ਐਸਟੀਮੇਟਡ 400 ਬਿਲੀਅਨ ਦਾ ਟ੍ਰੇਡ ਜਿਹੜਾ ਹੈ ਲਾਸਟ ਈਅਰ ਇੱਥੋਂ ਮੂਵ ਕੀਤਾ ਸੀ. ਨਾਓ ਬਿਕੋਜ਼ ਥੀਜ਼ ਪਾਰਟੀਜ਼ ਆਰ ਫਾਈਟਿੰਗ, ਇੱਥੇ ਸ਼ਿਪਸ ਤੇ ਅਟੈਕ ਹੋ ਰਹੇ ਨੇ, ਇਹਦੇ ਕਰਕੇ ਇੱਥੇ ਟ੍ਰੇਡ ਜਿਹੜਾ ਉਹ ਕਾਫੀ ਇੰਪੈਕਟ ਹੋ ਰਿਹਾ ਹੈ. ਕੁਛ ਹੀ ਟਾਈਮ 'ਚ ਅਗਰ ਤੁਸੀਂ ਦੇਖੋ ਸੁਇਜ਼ ਕੈਨਾਲ ਰੂਟ ਤੋਂ, ਸੁਇਜ਼ ਕੈਨਾਲ ਇਜ਼ ਦਿਸ ਏਰੀਆ, ਸੁਇਜ਼ ਕੈਨਾਲ ਰੂਟ ਤੋਂ ਆਉਣ ਵਾਲਾ ਟ੍ਰੇਡ 50% ਘਟ ਗਿਆ ਹੈ ਐਂਡ ਰਾਦਰ ਸ਼ਿਪਸ ਨੂੰ ਵੱਡਾ ਰੂਟ ਲੈਣਾ ਪੈ ਰਿਹਾ ਹੈ. ਦਿਸ ਯੂ ਕੈਨ ਸੀ, ਦਿਸ ਇਜ਼ ਦ ਸੁਇਜ਼ ਕੈਨਾਲ ਰੂਟ, ਦਿਸ ਇਜ਼ ਸ਼ਾਰਟਰ ਐਂਡ ਲੈਸ ਕੋਸਟਲੀ ਰੂਟ ਫॉर द शिप्स. ਹੁਣ ਇੱਥੇ ਜਿਹੜਾ ਹੈ ਟ੍ਰੇਡ 50% ਡਾਊਨ ਹੋ ਗਿਆ ਹੈ ਐਂਡ ਦ ਸ਼ਿਪਸ ਹੈਵ ਟੂ ਮੂਵ ਥਰੂ ਅ ਆਲਟਰਨੇਟ ਰੂਟ ਵਿਚ ਇਜ਼ ਦਿਸ ਵਨ. राइट, केप ऑफ गुड होप तो ये निकलता है बट दिस इज लॉन्गर एंड कॉस्टलीयर रूट. इत्थे 74% ਜਿਹੜਾ ट्रांजिट है शिप्स का वो इनक्रीज हो गया है विच अल्टीमेटली मीनस कि कॉस्ट ਜਿਹੜੀਆਂ है वो ऑलमोस्ट 15% ਜਿਹੜੀਆਂ है इनक्रीज हो जाएंगियां. शिपिंग कॉस्ट, राइट, दिस इज द मेजर इम्पैक्ट दैट इज देयर. दिस ब्रिंग्स इन्फ्लेशन. राइट, now next issue ਜਿਹੜਾ ਆ ਰਿਹਾ connectivity. India is trying to connect with the central parts of Asia through this region, through Iran, through Chabahar, through IMEC. ऐसे बहुत सारे projects है. All of that will be impacted if this region is impacted. Regional instability will impact India. And finally diaspora, it is estimated कि 10 ਤੋਂ 11 million Indians ਜਿਹੜੇ ਆ ਇਸ region ਦੇ ਵਿੱਚ ਰਹਿੰਦੇ ਨੇ, all of them are going to get impacted. ਉਹ ਵੀ ਇਹਨਾਂ attacks ਦੇ ਵਿੱਚ harm ਹੋ ਸਕਦੇ ਨੇ, kidnap ਹੋ ਸਕਦੇ ਨੇ ਜਾਂ ਕੋਈ ਵੀ threats ਹੋ ਸਕਦੇ ਨੇ, which is again a big issue for India. ਰਾਈਟ, ਸੋ ਇਹ ਪੂਰੇ ਵੈਸਟ ਏਸ਼ੀਅਨ ਕ੍ਰਾਈਸਿਸ ਦੇ ਇੰਪੈਕਟਸ ਇੰਡੀਆ ਤੇ ਇਹ ਹੋਣਗੇ. ਕੁਐਸਚਨਸ ਆ ਸਕਦੇ ਆ ਤੁਹਾਨੂੰ, ਇਹਨੂੰ ਪਲੀਜ਼ ਯਾਦ ਰੱਖੋ, ਇਟ ਵਿਲ ਬੀ ਵੈਰੀ ਹੈਲਪਫੁਲ ਫॉर ਯੂ. ਰਾਈਟ, ਨਾਓ ਇਨ ਇੰਪੈਕਟਸ ਜਿਹੜੇ ਆ ਉਹ ਗਾਜ਼ਾ ਤੇ ਵੀ ਹੋ ਰਹੇ ਨੇ ਬਿਕੋਜ਼ ਆਫ ਦਾ ਬੋਮਬਿੰਗਸ ਦੈਟ ਆਰ ਦੇਅਰ ਹੈਪਨਿੰਗ. ਤੋ ਗਾਜ਼ਾ ਤੇ ਇੰਪੈਕਟਸ ਕਿਆ ਹੈ? ਸਭ ਤੋਂ ਪਹਿਲਾਂ ਤਾਂ 40-41 ਹਜ਼ਾਰ ਤੋਂ ਲੋਕ ਜਿਹੜੇ ਆ ਜ਼ਿਆਦਾ ਮਰ ਗਏ ਨੇ. बहुत सारे लोग मेडिकल एमरजेंसीज च इन द नीड ऑफ इवैकुएशन है. बट अगर तुसी गाजा देखो, गाजा इज सराउंडेड बाय इजराइल. दिस इज बेसिकली गाजा और पूरा एरिया इजराइल दे नाल घिरिया होया है. विदाउट इजराइल दी परमिशन लोग इत्थों नहीं निकल सकते इवन इफ दे नीड मेडिकल एमरजेंसी. राइट, सो बहुत सारे लोग है जिहड़े उत्थे फसे हुए हैं मेडिकल इवैकुएशनस लई. ओनली 41% इवैकुएशनस हैव बीन अप्रूव्ड बाय इजराइल टिल नाउ. मतलब 50% तो ज़्यादा लोग दे आर स्टिल सिटिंग देयर होपिंग फॉर एन एग्जिट फॉर बेटर हेल्थ केयर. राइट, बच्चों ते बहुत इंपैक्ट हो रहा है. यूनीसेफ का अगर डाटा देखो, ऑलमोस्ट इस कन्फ्लिक्ट जोन च 1 मिलियन बच्चे ने जिन्हां दे साइकोलॉजिकल मैंटल हेल्थ ते इंपैक्ट आएगा. राइट, ईरान नू इंटरनेशनल ह्यूमैनिटेरियन लॉ दा वायलेशन बहुत ज़्यादा मन्निया जा रहा है. इजराइल इज़ वायलेटिंग द लॉज विच इज़ गोइंग टू इंपैक्ट द लार्जर पॉपुलेशन. 70,000 ਤੋਂ ਜ਼ਿਆਦਾ ਹਾਊਸਿੰਗ ਯੂਨਿਟਸ ਡੈਮੇਜ ਕਰ ਦਿੱਤੇ ਗਏ ਨੇ ਗਾਜ਼ਾ ਦੇ ਵਿੱਚ. 1.9 ਮਿਲੀਅਨ ਲੋਕ ਐਟਲੀਸਟ ਇੰਟਰਨਲੀ ਡਿਸਪਲੇਸਡ ਨੇ. ਤੇ ਇਜ਼ਰਾਈਲ ਨੇ ਜਦੋਂ ਇਹ ਬੰਬਿੰਗ ਕਰਦਾ ਹੈ ਪਹਿਲਾਂ ਇਹ ਜਾਰੀ ਕਰ ਦਿੰਦਾ ਹੈ ਕਿ ਸਿਵਿਲੀਅਨ ਲੋਕ ਨਾ ਮਰਨ, ਤੋਂ ਦੇ ਇਸ਼ੂ ਐਡਵਾਈਜ਼ਰੀ ਕਿ ਇਸ ਏਰੀਆ 'ਚ ਕੋਈ ਨਹੀਂ ਹੋਣਾ ਚਾਹੀਦਾ, ਅਸੀਂ ਇਸ ਏਰੀਆ 'ਚ ਬੰਬਿੰਗ ਕਰਾਂਗੇ. ਸੋ ਉਹ ਏਰੀਆਜ਼ ਆਲਮੋਸਟ 86% ਆਫ ਗਾਜ਼ਾਜ਼ ਏਰੀਆ ਹੈ. ਤਾਂ ਵਿਚਾਰੇ ਜਾਣਗੇ ਕਿੱਥੇ ਅਗਰ ਪੂਰੇ ਹੀ ਆਲਮੋਸਟ ਗਾਜ਼ਾ 'ਚ ਤੁਸੀਂ ਬੰਬਿੰਗ ਕਰ ਰਹੇ ਹੋ, ਉਹ ਕਹਿਣ ਦਾ ਮਤਲਬ ਹੈ.
राइट। इजराइल ऑल्सो इज विटनेसिंग द सेम किलिंग्स, उधर भी है डिस्ट्रक्शन, बिल्डिंग्स, एवरीथिंग इज बीइंग डिस्ट्रॉयड। पर ये देखो कि कितना ज़्यादा इकोनॉमिक ते ह्यूमैनिटेरियन क्राइसिस आप देख रहे हैं, राइट। दिस हैज़ टू बी प्रिवेंटेड। ਇਹਨੂੰ ਵੀ ਯਾਦ ਰੱਖੋ, ਕਈ ਵਾਰ ਕੁਐਸਚਨਸ ਵਗੈਰਾ ਇਸ ਤੇ ਆ ਸਕਦਾ ਹੈ ਕਨਫਲਿਕਟ ਤੇ ਅਬਾਊਟ ਦ ਇੰਪੈਕਟਸ, ਯੂ ਸ਼ੁਡ ਨੋ ਅਬਾਊਟ ਦਿਸ, ਰਾਈਟ। ਹੁਣ ਦੇਖੋ ਆਰਟੀਕਲ सी राजा मोहन जी का आर्टिकल आया है, वेरी इंपॉर्टेंट इंटरनेशनल थिंकर दैट यू शुड ऑलवेज रीड। सो देखो इस रीजन च अगर तुसी देखो ना, तीन वड्डे डिवाइड्स है। फर्स्ट पार्टी इज इजराइल, सेकंड पार्टी इज अरब वर्ल्ड विच इंक्लूड सऊदी अरेबिया एंड ओदे अलाइज, एंड थर्ड पार्टी इज ईरान, राइट। ਹੁਣ ਇੱਥੇ ਮਲਟੀਪਲ ਕਨਫਲਿਕਟ ਚੱਲਦੇ ਆ, ਨਾਟ ਵਨ। ਫਰਸਟ ਕਨਫਲਿਕਟ ਕਿਆ ਹੈ, ਅਰਬ ਵਰਲਡ ਤੇ ਈਰਾਨ ਦੇ ਵਿੱਚ, दैट इज ਸੈਕਟੇਰੀਅਨ ਕਨਫਲਿਕਟ, दैट इज ਸ਼ੀਆ ਸੁੰਨੀ ਦਾ ਕਨਫਲਿਕਟ। ਸੋ ਉਹਦੇ ਕਰਕੇ ਇਹ ਕਨਫਲਿਕਟ ਚ ਰਹਿੰਦੇ ਹੈ, ਬਟ ਦੇ ਨੈਵਰ ਕਮ ਇਨ ਵਾਰ ਡਾਇਰੈਕਟਲੀ, ਪ੍ਰੋਕਸੀ ਵਾਰ ਦੇ ਥਰੂ ਇਹਨਾਂ ਦੀ ਲੜਾਈ ਰਹਿੰਦੀ ਹੈ, which we see in the form of Yemen, Syria, right? All of these we have discussed in detail in our classes, ठीक है। So there you can study them well. ਸੈਕੰਡ ਕਨਫਲਿਕਟ ਕਿਆ ਹੈ, ਅਰਬ ਵਰਲਡ ਇਜ਼ਰਾਈਲ ਦੇ ਵਿੱਚ, ਇਜ਼ਰਾਈਲ ਤੇ ਈਰਾਨ ਦੇ ਵਿੱਚ। ਉਹ ਕਾਮਨ ਕਨਫਲਿਕਟ ਹੈ। ਇਜ਼ਰਾਈਲ ਦੀ ਕ੍ਰੀਏਸ਼ਨ ਇਨ ਦਿਸ ਅਰਬ ਹਾਰਟਲੈਂਡ ਹੈਜ਼ ਨਾਟ ਬੀਨ ਲਾਈਕਡ ਬਾਈ ਆਲ ਆਫ ਥੀਸ ਕੰਟਰੀਜ਼, ਠੀਕ ਹੈ। ਸੋ ਇਸੇ ਲਈ ਜਿਹੜਾ ਕਨਫਲਿਕਟ ਹੈ ਉਹ ਬਹੁਤ ਵੱਧ ਰਿਹਾ ਹੈ। ਨਾਓ ਦੇਖੋ ਜਿਹੜਾ ਸੈਕੰਡ ਕਨਫਲਿਕਟ ਹੈ, ਯਾਨੀ ਕਿ ਇਜ਼ਰਾਈਲ ਤੇ ਅਰਬ ਵਰਲਡ ਦਾ, ਉਹ ਥੋੜਾ ਡਿਕਰੀਜ਼ ਹੋ ਰਿਹਾ, ਜਾਂ ਤੁਸੀਂ ਕਹਿ ਰਹੇ ਹੋ ਥੋੜਾ ਉਸ ਚ ਸਾਇਲੈਂਸਿੰਗ ਆ ਰਹੀ ਹੈ, ਬਿਕੋਜ਼ ਆਫ ਯੂਐਸਏਜ਼ ਐਫਰਟ। ਯੂਐਸਏ ਐਜ਼ ਅ ਮੀਡੀਏਟਰ ਐਕਟ ਕਰ ਰਿਹਾ ਹੈ ਅਬਰਾਹਮ ਅਕੋਰਡਸ ਦੇ ਨਾਲ, I2U2 ਫੋਰਮਸ ਦੇ ਨਾਲ। ਦੇਖੋ ਇਜ਼ਰਾਈਲ ਤੇ UAE ਇਸ ਚ ਇਕੱਠੇ ਬੈਠੇ ਨੇ, ਉਹ ਥੋੜੀ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਬਟ ਅਦਰ ਟੂ ਕਨਫਲਿਕਟਸ ਆਰ ਸਟਿਲ ਵੈਰੀ ਵੈਰੀ ਹਾਈ ਐਂਡ ਔਨ ਫਾਇਰ, ਤੁਸੀਂ ਕਹਿ ਸਕਦੇ ਹੋ, ਇਨ ਦਿਸ ਰੀਜਨ, ਜਿਹੜੇ ਕਿ ਇਸ ਰੀਜਨ ਨੂੰ ਇਨਸਟੇਬਿਲਿਟੀ ਕ੍ਰੀਏਟ ਕਰਦੇ ਨੇ, ਰਾਈਟ। ਨਾਓ ਆਰਟੀਕਲ ਕਹਿ ਰਿਹਾ ਸੀ ਕਿ ਇੰਡੀਆ ਦੇ ਲਈ ਇਹ ਰੀਜਨਸ ਦੀ, ਇਹ ਤਿੰਨਾਂ ਏਰੀਆਜ਼ ਦੀ ਸਿਗਨੀਫਿਕੈਂਸ ਕਿਆ ਹੈ ਉਹ ਸਮਝੋ। ਇਜ਼ਰਾਈਲ ਵਿੱਚ ਆਲਮੋਸਟ 10 ਮਿਲੀਅਨ ਦੀ ਪੋਪੂਲੇਸ਼ਨ ਹੈ, ਅਰਬ ਵਰਲਡ ਦੇ ਵਿੱਚ 23 ਸਟੇਟਸ ਆਉਂਦੀ ਹੈ ਤੇ ਆਲਮੋਸਟ 500 ਮਿਲੀਅਨ ਦੀ ਪੋਪੂਲੇਸ਼ਨ ਹੈ, ਐਂਡ ਈਰਾਨ ਵਿੱਚ 90 ਮਿਲੀਅਨ ਪੋਪੂਲੇਸ਼ਨ। ਸੋ ਓਬਵੀਅਸਲੀ ਇਹ ਏਰੀਆਜ਼ ਆਪਣੇ ਲਈ ਇੰਪੋਰਟੈਂਟ ਹੈ। ਸਪੈਸ਼ਲੀ ਅਗਰ ਤੁਸੀਂ ਅਰਬ ਵਰਲਡ ਦੇਖੋ, ਇਹ ਇੰਡੀਆ ਲਈ ਕਾਫੀ ਸਟ੍ਰੈਟੇਜਿਕਲੀ ਇੰਪੋਰਟੈਂਟ ਹੈ। ਸਾਡੇ ਰਿਲੀਜੀਅਸ ਲਿੰਕਸ ਨੇ, ਇਹ ਬਹੁਤ ਹੀ ਜ਼ਿਆਦਾ ਅਮੀਰ ਏਰੀਆ ਹੈ, ਟ੍ਰੇਡ ਟਾਈਜ਼ ਨੇ, એનર્ਜੀ, ਆਇਲ, ਸਾਊਦੀ ਅਰੇਬੀਆ ਇਜ਼ ਦ ਲਾਰਜੈਸਟ ਪ੍ਰੋਵਾਈਡਰ ਟੂ ਅਸ, ਰਾਈਟ। ਇੰਡੀਆ ਦਾ ਬਹੁਤ ਵੱਡਾ ਡਾਇਸਪੋਰਾ ਇੱਥੇ ਹੈ, ਰਾਈਟ। ਸੋ ਇਸ ਕਰਕੇ ਹੋ ਸਕਦਾ ਹੈ ਕਿ ਆਪਾਂ ਨੂੰ ਲੱਗੇ ਕਿ ਅਰੇਬੀਆ ਜਿਹੜਾ ਹੈ ਈਰਾਨ ਤੇ ਇਜ਼ਰਾਈਲ ਨਾਲੋਂ ਇੰਪੋਰਟੈਂਟ ਹੈ ਤੇ ਇੰਡੀਆ ਸ਼ੁੱਡ ਬੀ ਮੋਰ ਅਲਾਈਨਡ ਟੂਵਰਡਸ ਅਰੇਬੀਆ, ਬਟ ਐਵੇਂ ਨਹੀਂ ਹੈ। ਆਰਟੀਕਲ ਸੇਜ਼ ਕਿ ਇਜ਼ਰਾਈਲ ਵੀ ਸਾਡਾ ਇੰਪੋਰਟੈਂਟ ਪਾਰਟਨਰ ਹੈ, ਸਪੈਸ਼ਲੀ ਡਿਫੈਂਸ ਟੈਕਨੋਲੋਜੀ, ਸਿਕਿਉਰਿਟੀ ਟੈਕਨੋਲੋਜੀ ਦੇ ਵਿੱਚ, ਰਾਈਟ। ਮੇਜਰ ਟੈਕਨੋਲੋਜੀਕਲ ਇਨੋਵੇਸ਼ਨਸ ਆਰ ਕਮਿੰਗ ਫਰੋਮ ਇਜ਼ਰਾਈਲ ਟੂਵਰਡਸ ਇੰਡੀਆ, and in the same way Iran is also very important to provide us connectivity to Central Asia and Afghanistan, to provide us energy security also, right? So ultimately article ਕਹਿ ਰਿਹਾ ਹੈ ਕਿ ਇਹਨਾਂ ਦੇ ਖੁਦ ਦੇ ਡਿਫਰੈਂਸਿਸ ਡੀਪ ਹੋ ਸਕਦੇ ਨੇ, ਬਟ ਵੀ ਡੂ ਨਾਟ ਹੈਵ ਟੂ ਗੈਟ ਇੰਪੈਕਟਡ ਬਾਈ ਦੋਜ਼ ਡਿਫਰੈਂਸਿਸ। ਸਾਨੂੰ ਸਭ ਦੇ ਨਾਲ ਰਿਲੇਸ਼ਨਸ ਮੇਨਟੇਨ ਕਰਨ ਦੀ ਜ਼ਰੂਰਤ ਹੈ, ਰਾਈਟ। ਰਾਦਰ ਵੀ ਸ਼ੁੱਡ ਟਰਾਈ ਕਿ ਇਹਨਾਂ ਦੇ ਆਪਸ ਚ ਟਾਈਜ਼ ਜਿਹੜੇ ਹੈ ਉਹ ਨੋਰਮਲਾਈਜ਼ ਹੋਣ, ਅਰਬ ਵਰਲਡ ਦੇ ਈਰਾਨ ਤੇ ਇਜ਼ਰਾਈਲ ਦੋਨਾਂ ਨਾਲ ਨੋਰਮਲਾਈਜ਼ ਹੋਣ, ਕਿਉਂਕਿ ਅਰਬ ਵਰਲਡ ਨਾਲ ਸਾਡੇ ਟਾਈਜ਼ ਜਿਹੜੇ ਆ ਕਾਫੀ ਅੱਛੇ ਹੈ। UAE ਸਾਊਦੀ ਅਰੇਬੀਆ ਨਾਲ ਆਪਣੇ ਟਾਈਜ਼ ਜਿਹੜੇ ਇੰਪਰੂਵ ਹੋ ਰਹੇ ਹੈ, ਸੋ ਵੀ ਕੈਨ ਐਕਟ ਐਜ਼ ਅ ਮੀਡੀਏਟਰ ਆਲਸੋ, ਰਾਈਟ। ਐਂਡ ਬਾਕੀ ਇੰਡੀਆ ਨੇ ਕੋਸ਼ਿਸ਼ ਕਰਨੀ ਹੈ ਕਿ ਇਸ ਰੀਜਨ ਵਿੱਚ ਟੋਟਲ ਵਾਰ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿੰਨੀ ਵਾਰ ਵਾਲੀ ਸਿਚੁਏਸ਼ਨ ਇੱਥੇ ਹੋਰ ਇਨਕਰੀਜ਼ ਹੋਏਗੀ, ਆ ਇੰਪੈਕਟ ਜੋ ਆਪਾਂ ਦੇਖਿਆ ਇਹ ਥੀਸ ਵਿਲ ਗੈਟ ਓਨਲੀ ਵਰਸਨ, ਔਰ ਇੰਡੀਆ ਬਹੁਤ ਜ਼ਿਆਦਾ ਇੰਪੈਕਟ ਹੋਏਗਾ, ਕਿਉਂਕਿ ਇੰਡੀਆ ਦਾ 86% of oil is imported from this region and from some other regions also, so that will get impacted, and once oil supplies is impacted, every sector of the economy will get impacted. So India ਦੀ growth story ਤੇ ਕਾਫੀ impact ਹੋਏਗਾ। That is why ਇਹ ਦੋ steps ਹੈ, way forwards ਹੈ, that have been recommended for India by C. Raja Mohan ji, ठीक है। So you can use that in your answers also, right? नेक्स्ट है SCO ਦੀ ਮੀਟਿੰਗ ਆ ਰਹੀ ਹੈ। SCO ਵੈਰੀ ਇੰਪੋਰਟੈਂਟ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਬਹੁਤ ਇੰਪੋਰਟੈਂਟ ਸਮਿਟ ਹੈ ਜਾਂ ਇੱਕ ਗਰੁੱਪਿੰਗ ਹੈ, ਉਹਦੇ ਬਾਰੇ ਡਿਟੇਲ ਚ ਪੜੋ। ਇੱਥੇ ਕਿਆ ਦੱਸ ਰਿਹਾ ਦੇਖੋ, ਇਹ ਪਾਕਿਸਤਾਨ ਚ ਹੋ ਰਿਹਾ ਇਸ ਵਾਰ ਸਮਿਟ। ਸੋ ਕੁਐਸਚਨ ਹੈ ਕਿ ਇੰਡੀਆ ਅਟੈਂਡ ਕਰੇਗਾ ਕਿ ਨਹੀਂ। So India the foreign minister S.J. Shankar Saab is going to attend this SCO summit, SARC लिख देता है मैं इत्थे, SCO summit will be attending, right? Last time जब India ते
ਪਾਕਿਸਤਾਨ ਦੇ ਹੈਡ ਆਫ ਸਟੇਟਸ ਮਿਲੇ ਸੀ, ਇਟ ਵਾਜ਼ ਇਨ 2015, ਰਾਈਟ। ਹੈਡ ਆਫ ਗਵਰਨਮੈਂਟਸ ਮਿਲੇ ਸੀ, ਆਈ ਮੀਨ ਉਦੋਂ ਵੀ ਸੁਸ਼ਮਾ ਸਵਰਾਜ ਜਿਹੜੀ ਸਾਡੀ ਫੋਰਨ ਮਿਨਿਸਟਰ ਸੀ, ਸ਼ੀ ਵੈਂਟ ਟੂ ਦਿਸ ਪਲੇਸ ਟੂ ਵਿਜ਼ਿਟ ਫॉर ਦੀ ਹਾਰਟ ਆਫ ਏਸ਼ੀਆ ਕਾਨਫਰੰਸ ਵਿਚ ਇਜ਼ ਰਿਲੇਟਡ ਟੂ ਅਫਗਾਨਿਸਤਾਨ, ਠੀਕ ਹੈ। ਸੋ ਸਾਡੇ ਫੋਰਨ ਮਿਨਿਸਟਰ ਦਾ ਕਹਿਣਾ ਹੈ ਕਿ ਰੀਜਨਲ ਕੋਆਪਰੇਸ਼ਨ ਮੈਕੈਨਿਜ਼ਮਸ ਨੂੰ ਅਸੀਂ ਵੀਕਨ ਨਹੀਂ ਕਰਨਾ ਚਾਹੁੰਦੇ, ਦੈਟ ਇਜ਼ ਵਾਈ ਵੀ ਵਿਲ ਬੀ ਪਾਰਟਿਸਿਪੇਟਿੰਗ ਵਿਦ ਪਾਕਿਸਤਾਨ, ਈਵਨ ਵੀ ਵਿਲ ਬੀ ਗੋਇੰਗ ਟੂ ਪਾਕਿਸਤਾਨ, ਰਾਈਟ। ਆਲਸੋ ਪਾਕਿਸਤਾਨ ਵੀ ਆਇਆ ਸੀ ਗੋਆ ਦੇ ਵਿੱਚ ਜਦ ਸਾਡਾ SCO ਸਮਿਟ ਹੋਇਆ ਸੀ, ਪਾਕਿਸਤਾਨ ਆਲਸੋ ਕੇਮ ਟੂ ਇੰਡੀਆ, ਸੋ ਵੀ ਆਰ ਔਨ ਰੈਸਿਪਰੋਸਿਟੀ ਬੇਸਿਸ ਵੀ ਆਰ ਵਿਜ਼ਿਟਿੰਗ देयर ਕੰਟਰੀ ਨਾਓ ਫॉर SCO ਸਮਿਟ, ਠੀਕ ਹੈ। ਸੋ ਇਸ ਲਈ ਇੰਡੀਆ ਪਾਰਟਿਸਿਪੇਟ ਕਰ ਰਿਹਾ ਹੈ। when asked कि भाई सार्क क्यों नहीं काम करता, फिर सार्क इज ऑल्सो अ रीजनल ग्रुपिंग दैट शुड बी ऑपरेटिंग, सो फॉरेन मिनिस्टर ने कहा है दैट सार्क इज बीइंग हिंडर्ड बाय पाकिस्तानी एक्टिविटीज। इंडिया ने बहुत बार मोटर व्हीकल अग्रीमेंट, साउथ एशियन इलैक्ट्रिसिटी ग्रिड इनिशिएटिव्स वगैरह लॉन्च किए हैं ਜਿਹੜੇ ਕਿ ਪਾਕਿਸਤਾਨ ਹੀ ਹੈ ਜਿਹੜੇ ਉਹਨਾਂ ਨੂੰ ਹਿੰਡਰ ਕਰ ਰਿਹਾ ਹੈ, ਵੀਕਨ ਕਰ ਰਿਹਾ ਹੈ ਜਾਂ ਅੱਗੇ ਵਧਣ ਨਹੀਂ ਦੇ ਰਿਹਾ। that is why SARC is facing issues. ਸੋ ਈਵਨ ਬੰਗਲਾਦੇਸ਼ ਦੇ ਜਿਹੜੇ ਸਪੋਕਸਪਰਸਨ ਸੀ ਉਹਨਾਂ ਨੇ ਪਾਕਿਸਤਾਨ ਦਾ ਰੀਜ਼ਨਿੰਗ ਦਿੱਤੀ that Pakistan is actually weakening this grouping and they need to work to make SARC function, ਠੀਕ ਹੈ। ਸੋ this is broad idea that you should understand, ਇਹ ਤੇ questions ਆ ਸਕਦੇ ਨੇ, ਰਾਈਟ। ਨਾਓ ਨੈਕਸਟ ਕੁਐਸਚਨ ਆ ਜਾਂਦਾ ਹੈ ਸ਼੍ਰੀਲੰਕਾ ਤੇ, ਰਾਈਟ। ਸੋ ਰੀਸੈਂਟਲੀ ਸ਼੍ਰੀਲੰਕਾ ਦੇ ਨਵੇਂ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਇਲੈਕਟ ਹੋਏ ਨੇ, ਸੋ ਉਹਨਾਂ ਨੂੰ ਮਿਲਣ ਲਈ ਸਾਡੇ ਫੋਰਨ ਮਿਨਿਸਟਰ S ਜੈਸ਼ੰਕਰ ਸਾਹਿਬ ਸ਼੍ਰੀਲੰਕਾ ਪਹੁੰਚ ਗਏ ਸੀ। ਸੋ ਉੱਥੇ ਕਿਆ ਡਿਵੈਲਪਮੈਂਟਸ ਹੋਈਆਂ, ਬੇਸਿਕਲੀ 3 ਮੇਜਰ ਇਸ਼ੂਜ਼ ਤੇ ਡਿਸਕਸ਼ਨ ਹੋਈਆਂ। ਇੰਡੀਆ ਦੇ ਕਾਫੀ ਸਾਰੇ ਸਿਕਿਉਰਿਟੀ ਇਸ਼ੂਜ਼ ਨੇ ਇੰਡੀਅਨ ਓਸ਼ਨ ਰੀਜਨ 'ਚ, ਉਹ ਤੇ ਗੱਲਬਾਤ ਹੋਈ। ਫਿਸ਼ਰਮੈਨ ਦਾ ਇਸ਼ੂ, ਬਹੁਤ ਸਾਰੇ ਇੰਡੀਅਨ ਤਮਿਲ ਫਿਸ਼ਰਮੈਨ ਦੇ ਆਰ ਕੈਪਚਰਡ ਬਾਏ ਸ਼੍ਰੀਲੰਕਨ ਨੇਵੀ ਐਂਡ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਐਂਡ ਦੇ ਗੈਟ ਇੰਪੈਕਟਡ। ਸੋ ਉਹਦੇ ਬਾਰੇ ਗੱਲਬਾਤ ਕੀਤੀ ਗਈ ਕਿ ਉਹਨਾਂ ਦਾ ਸੋਲਿਊਸ਼ਨ ਕਿਆ ਹੈ। ਬਹੁਤ ਸਾਰੇ ਫਿਸ਼ਰਮੈਨ ਜਿਹੜੇ ਆ ਉਹ ਛੱਡੇ ਵੀ ਜਾਣਗੇ ਨਾਓ ਆਫਟਰ ਦਿਸ ਮੀਟਿੰਗ, ਰਾਈਟ। ਐਂਡ ਥਰਡ ਇਜ਼ ਸ਼੍ਰੀਲੰਕਨ ਤਮਿਲਸ ਦਾ ਇਸ਼ੂ। ਸ਼੍ਰੀਲੰਕਾ ਦੇ ਵਿੱਚ ਬਹੁਤ ਸਾਰੀ ਤਮਿਲੀਅਨ ਪੋਪੂਲੇਸ਼ਨ ਰਹਿੰਦੀ ਹੈ ਨਦਰਨ ਏਰੀਆ ਵਿੱਚ ਵਿਚ ਇਜ਼ ਇੰਪੈਕਟਡ ਬਾਈ ਹਿਊਮਨ ਰਾਈਟਸ ਵਾਇਲੇਸ਼ਨ, ਤਾਂ ਉਸ ਤੇ ਵੀ ਕੰਮ ਕਰਨ ਦੀ ਗੱਲ ਕੀਤੀ ਗਈ ਹੈ, right। all of this 13th amendment and basics you will understand if you read the basics, तो थोड़ा इंडिया श्रीलंका दी हिस्ट्री पढ़ो, right। now इंडिया ने किया that we are committed for श्रीलंका's economic recovery post covid तो बाद ਅਸੀਂ already $4 billion ਦੀ assistance ਦੇ ਚੁੱਕੇ हैं, but we will be working further with श्रीलंका on all of these sectors to improve their economy, ठीक है। सो ਅੱਗੇ ਚੱਲ ਕੇ ਦੇਖਾਂਗੇ ਆਪਾਂ ਕਿਆ agreements ਵਗੈरह ਸਾਈਨ ਹੁੰਦੇ ਆ। this is the broad idea that they discussed this time, ਰਾਈਟ। ਨਾਓ ਕ੍ਰਿਟੀਕਲ ਮਿਨਰਲਸ ਤੇ ਇੰਡੀਆ ਤੇ US ਦਾ ਜਿਹੜਾ ਪੈਕਟ ਹੈ ਉਹ ਸਾਈਨ ਹੋ ਗਿਆ ਹੈ। ਕ੍ਰਿਟੀਕਲ ਮਿਨਰਲਸ ਦੇਖੋ ਅੱਜ ਕੱਲ ਦੀ ਟੈਕਨੋਲੋਜੀ ਇਨਵਾਇਰਨਮੈਂਟ ਵਿੱਚ ਲੀਥੀਅਮ, ਕ੍ਰੋਮੀਅਮ, ਕਾਪਰ, ਕੋਬਾਲਟ, ਗ੍ਰੇਫਾਈਟ, ਸਿਲੀਕॉन ਹੈ, ਜੇ ਬਹੁਤ ਸਾਰੇ ਕ੍ਰਿਟੀਕਲ ਮਿਨਰਲਸ ਹੈ that are very important for our technological environment, right। now ਇੰਡੀਆ 'ਚ ਇੰਡੀਜੀਨਸਲੀ ਤਾਂ ਇਹ ਮਿਨਰਲਸ ਨਹੀਂ ਪਾਏ ਜਾਂਦੇ ਆ ਜ਼ਿਆਦਾਤਰ। ਇੰਡੀਆ ਐਂਡ ਮੈਨੀ ਅਦਰ ਕੰਟਰੀਜ਼ ਦੇ ਆਰ ਡਿਪੈਂਡੈਂਟ ਔਨ ਚਾਈਨਾ ਐਂਡ ਮੈਨੀ ਅਦਰ ਕੰਟਰੀਜ਼ ਫॉर these minerals। ਚਾਈਨਾ ਨੇ ਹੁਣ ਇਹਨਾਂ ਦਾ एक्सपोर्ट बैन कर दिता है रिसेंटली, इट वाज सीन, राइट। सो कर्ब्स वगैरह लगा रहे ने, तो बाकी कंट्रीज क्या करेंगे, दे वांट टू मेंटेन देयर हेजीमनी और मोनोपोली ऑन दीज रिसोर्सेज, तो बाकी कंट्रीज क्या कर रही हैं हुन, that is why India US have signed this pact to create a clean tech supply chain, ਜਿੱਥੋਂ ਇਹਨਾਂ ਦੇ ਮਿਨਰਲਸ ਜਿਹੜੇ ਆ ਇਹ ਆਉਂਦੇ ਰਹਿਣ। ਨੋਬਡੀ ਇਜ਼ ਏਬਲ ਟੂ ਰਿਸਟ੍ਰਿਕਟ ਦੀ ਸਪਲਾਈ ਆਫ ਦ ਮਿਨਰਲਸ, ਠੀਕ ਹੈ। ਕ੍ਰਿਟੀਕਲ ਮਿਨਰਲਸ ਕਾਫੀ ਇੰਪੋਰਟੈਂਟ ਹੈ, 3 ਮੇਜਰ ਇਹਨਾਂ ਦੇ ਯੂਜ਼ਸ ਹੁੰਦੇ ਆ। ਸਾਡੀ ਇਕਨੋਮਿਕ ਡਿਵੈਲਪਮੈਂਟ ਲਈ ਕਾਫੀ ਕਰੂਸ਼ਲ ਹੈ, ਸਾਡੇ ਟੈਲੀਕਮਿਊਨੀਕੇਸ਼ਨ, ਇਲੈਕਟ੍ਰੋਨਿਕਸ, ਡਿਫੈਂਸ ਸੈਕਟਰ, ਐਵਰੀਵੇਅਰ ਦੇ ਆਰ ਯੂਜ਼ਡ। ਈ ਵਹੀਕਲਸ 'ਚ ਜਿਵੇਂ ਯੂਜ਼ ਹੁੰਦੇ ਨੇ, ਰਾਈਟ। ਜੋਬਸ, ਇਨਕਮਸ ਕ੍ਰੀਏਟ ਕਰਨ 'ਚ ਹੈਲਪ ਆਉਂਦੇ ਨੇ, ਸੋ ਦੇ ਆਰ ਵੈਰੀ ਇੰਪੋਰਟੈਂਟ। ਸੈਕਿੰਡ, ਸਾਡੀ ਨੈਸ਼ਨਲ ਸਿਕਿਉਰਿਟੀ ਲਈ ਕਾਫੀ ਇੰਪੋਰਟੈਂਟ ਹੈ। डिफेंस इक्विपमेंट्स, एरोस्पेस, न्यूक्लियर स्पेस, एवरीवेयर दे आर यूज्ड। देन जिवें ई वहीकल्स बनाने हैं, राइट, रिन्यूएबल एनर्जी दे फील्ड विच दे आर वेरी वेरी क्रूशल, राइट। सो दैट इज़ वाई रीड द डिटेल्स। इंडिया का इशू यही है कि इंडिया च डोमैसटिक सप्लाई जिहड़ी है इहदी बहुत लिमिटेड है, चाइना के उत्ते काफ़ी डिपेंडेंसी है, टैक्नोलॉजिकल लिमिटेशनस भी है, तो फंडिंग ओबवियसली इन्वेस्टमेंट्स इन्नियां नहीं है इन्हों एक्सप्लोर करने लई। सो दैट इज़ वाई ਇਹਨੂੰ डिटेल च पढ़ो। क्रिटिकल मिनरल्स से क्वेश्चन आ सकता है। आई हैव डिस्कस दिस इन डिटेल अर्लीयर ऑल्सो, इसीलिए मैं डिटेल च नहीं जा रही हजे।
राइट। इंडिया मालदीव्स, सो यू कैन सी इन दिस पिक्चर मालदीव्स ਦੇ ਜਿਹੜੇ ਨਏ ਪ੍ਰੈਜ਼ੀਡੈਂਟ ਹੈ who came on India out campaign, anti India ਜੋ ਹੈ ਇਹਨਾਂ ਦਾ slogan ਸੀ, and he became the president of Maldives on that slogan. Now he has come to India and he is saying ਕਿ ਭਈ ਮੇਰਾ ਐਜਾ ਕੁਝ ਇਰਾਦਾ ਨਹੀਂ ਸੀ, but whatever it is we have to maintain ties with them. ਸੋ ਲੇਟੈਸਟ ਮੀਟ ਵਿੱਚ ਜੋ ਵੀ ਡਿਸੀਜਨਸ ਲਿੱਤੇ ਗਏ ਉਹਦਾ ਪ੍ਰੋਡਕਟ ਤੁਹਾਡੇ ਸਾਹਮਣੇ ਹੈ। ਦੋਨਾਂ ਨੇ ਆਪਦੇ ਰਿਲੇਸ਼ਨਸ਼ਿਪ ਨੂੰ ਕੰਪਰੀਹੈਂਸਿਵ ਇਕਨੋਮਿਕ ਐਂਡ ਮੈਰੀਟਾਈਮ ਸਿਕਿਉਰਿਟੀ ਪਾਰਟਨਰਸ਼ਿਪ ਤੇ ਰੇਜ਼ ਕਰਨ ਦਾ ਫੈਸਲਾ ਲਿੱਤਾ ਹੈ, ਐਂਡ ਮੈਨੀ ਐਗਰੀਮੈਂਟਸ ਹੈਵ ਬੀਨ ਸਾਈਨ, ਜਿਵੇਂ ਕਿ $750 million ਦਾ ਕਰੰਸੀ ਸਵੈਪ ਅਗਰੀਮੈਂਟ ਹੈਜ਼ ਬੀਨ ਸਾਈਨਡ। ਰੂਪੇ ਕਾਰਡ ਵਿਲ ਬੀ ਲਾਂਚਡ ਇਨ ਮਾਲਦੀਵਸ, ਠੀਕ ਹੈ। ਕਪੈਸਿਟੀ ਬਿਲਡਿੰਗ ਵਿੱਚ ਸਾਡੀ CBI ਤੇ ਮਾਲਦੀਵਸ ਦੀ ਕਰਸਪੋਂਡਿੰਗ ਅਥਾਰਟੀ ਜਿਹੜੀ ਹੈ ਐਂਟੀ ਕਰਪਸ਼ਨ ਉਹ ਇੰਟਰੈਕਟ ਕਰਨਗੀਆਂ, ਟ੍ਰੇਨਿੰਗ ਵਗੈਰਾ ਨਾਲ ਹੋਏਗੀ। ਪੁਲਿਸਿੰਗ ਇੰਸਟੀਟਿਊਟਸ ਦੀ ਟ੍ਰੇਨਿੰਗ ਐਕਸਚੇਂਜ ਹੋਣਗੇ, ਜੁਡੀਸ਼ੀਅਲ ਟ੍ਰੇਨਿੰਗ ਇੰਸਟੀਟਿਊਟਸ ਇੰਟਰੈਕਟ ਕਰਨਗੇ ਸੋ ਦੈਟ ਦੇ ਕੈਨ ਸ਼ੇਅਰ each other's experiences and how to train better. Sports ਤੇ youth affairs ਚ ਵੀ ਦੋਨੋਂ ਕੰਟਰੀਜ਼ ਜਿਹੜੀਆਂ ਹੈ ਕੰਟੈਕਟ ਕਰਨਗੀਆਂ, that has also been signed by the two countries, ਠੀਕ ਹੈ। ਬਾਕੀ ਇੰਡੀਆ ਜੋ ਹੈ 700 ਹਾਊਸਿਸ ਬਣਾਏ ਨੇ ਮਾਲਦੀਵਸ ਦੇ ਵਿੱਚ ਉਹ ਹੈਂਡਓਵਰ ਕਰੇਗਾ, ਐਂਡ ਮੈਨੀ ਅਦਰ ਪ੍ਰੋਜੈਕਟਸ ਦੇ ਆਰ ਥਿੰਕਿੰਗ ਆਫ ਟੇਕਿੰਗ ਫਾਰਵਰਡ, ਜਿਵੇਂ ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟ ਆਲਰੇਡੀ ਇੰਡੀਆ ਦਾ ਚੱਲ ਰਿਹਾ ਹੈ, ਉਹਨੂੰ ਕੰਟੀਨਿਊ ਕੀਤਾ ਜਾਏਗਾ। ਇੱਕ ਕਮਰਸ਼ੀਅਲ ਪੋਰਟ ਐਟ Hilafushi Island of Maldives will be built and agriculture economic zone will be built so that agriculture ਦੇ products ਜੋ ਹੈ ਉਹਨੂੰ value add ਕਰਕੇ ਵੇਚ ਸਕੇ Maldives. All of these areas have been discussed during the meet, so ਇਹ ਲਿਖ ਕੇ ਰੱਖੋ ਇੰਡੀਆ ਮਾਲਦੀਵਸ ਰਿਲੇਸ਼ਨਸ 'ਚ you can use it, ਠੀਕ ਹੈ। ਅਦਰ ਏਰੀਆਜ਼ 'ਚ ਵੀ ਦੇਖੋ ਇੱਕ ਇੰਟਰੈਕਟ ਕਰ ਰਹੇ ਨੇ, ਇਹਨਾਂ ਨੇ ਕਿਹਾ ਕਿ ਪੋਲੀਟੀਕਲ ਐਕਸਚੇਂਜਸ ਲਈ ਪਾਰਲੀਮੈਂਟੇਰੀਅਨਸ ਨੂੰ, ਲੋਕਲ ਗਵਰਨਮੈਂਟਸ ਦੇ ਹੈਡਸ ਨੂੰ ਆਪਾਂ ਸ਼ੇਅਰ ਕਰਾਂਗੇ, ਇੱਧਰ ਉੱਧਰ ਭੇਜਾਂਗੇ। ਹੈਲਥ ਦੇ ਏਰੀਆ 'ਚ ਕੋਆਪਰੇਸ਼ਨ ਕਰਨਗੇ, ਜਿਵੇਂ ਕਿ ਜਨ ਔਸ਼ਧੀ ਕੇਂਦਰਾਸ ਜੋ ਇੰਡੀਆ ਦੇ ਵਿੱਚ ਐਸਟੈਬਲਿਸ਼ ਨੇ ਉਹ ਮਾਲਦੀਵਸ 'ਚ ਵੀ ਐਸਟੈਬਲਿਸ਼ ਕੀਤੇ ਜਾਣਗੇ। ਆਲ ਆਫ ਥੀਸ ਹੈਵ ਬੀਨ ਡਿਸਕਸਡ, ਸੋ ਇਹ ਮੇਨ ਕੀ ਪੁਆਇੰਟਸ ਤੁਸੀਂ ਯਾਦ ਰੱਖਣੇ ਨੇ, ਰਾਈਟ। ਨੈਕਸਟ ਇਜ਼ ਐਲੀਫੈਂਟ ਸੈਂਸਸ, ਠੀਕ ਹੈ। ਐਲੀਫੈਂਟਸ ਕਿੰਨੇ ਹੈ ਇੰਡੀਆ ਦੇ ਵਿੱਚ ਉਹਦਾ ਸੈਂਸਸ ਜਿਹੜਾ ਹੈ ਹਰ 5 ਸਾਲ ਬਾਅਦ ਸਾਡਾ ਵਾਈਲਡ ਲਾਈਫ ਇੰਸਟੀਟਿਊਟ ਆਫ ਇੰਡੀਆ ਕੰਡਕਟ ਕਰਦਾ ਹੈ। ਅਕੋਰਡਿੰਗ ਟੂ ਲੇਟੈਸਟ ਸਰਵੇ 2012 ਤੋਂ 2023 ਦੇ ਸਰਵੇ ਦੇ ਅਕੋਰਡਿੰਗ ਐਲੀਫੈਂਟ ਪੋਪੂਲੇਸ਼ਨ 'ਚ ਆਲਮੋਸਟ 20% ਡ੍ਰੌਪ ਹੈ ਅਗਰ ਤੁਸੀਂ ਦੇਖੋ। ਵਾਈ? ਬਿਕੋਜ਼ ਆਫ ਡਿਵੈਲਪਮੈਂਟਲ ਪ੍ਰੋਜੈਕਟਸ ਦੈਟ ਆਰ ਦੇਅਰ, ਰੇਲਵੇ ਪ੍ਰੋਜੈਕਟਸ ਦੈਟ ਆਰ ਦੇਅਰ। ਦੇਖੋ ਐਲੀਫੈਂਟਸ ਕਿਆ ਹੈ ਨਾ, ਉਹ ਇੱਕ ਪਰਟੀਕੂਲਰ ਰੂਟ ਫੋਲੋ ਕਰਦੇ ਹੈ, ਅਗਰ ਇਸ ਰੂਟ 'ਚ ਕੁਝ ਵੀ ਆ ਜਾਏ ਇਟ ਇਜ਼ ਲਾਈਕਲੀ ਕਿ ਹਿਊਮਨ ਮੈਨ ਵਾਈਲਡ ਕਨਫਲਿਕਟ ਜਿਹੜਾ ਹੋਏਗਾ, ਜਿਹਦੇ ਵਿੱਚ ਮੋਸਟਲੀ ਐਲੀਫੈਂਟਸ ਤੇ ਕਾਫੀ ਇੰਪੈਕਟ ਆਉਂਦਾ ਹੈ, ਰਾਈਟ। ਸੋ ਇਹ ਲੀਨੀਅਰ ਪ੍ਰੋਜੈਕਟਸ ਇਹਨਾਂ ਨੂੰ ਕਿਹਾ ਜਾਂਦਾ ਹੈ। ਜਿੰਨੇ ਆਪਾਂ ਸਟ੍ਰੇਟ ਇਹ ਪ੍ਰੋਜੈਕਟਸ ਇਹਨਾਂ ਦੀ ਹੈਬਿਟੇਸ਼ਨਸ 'ਚੋਂ ਬਣਾਉਂਦੇ ਹੈ ਉਨਾ ਜ਼ਿਆਦਾ ਇਹਨਾਂ ਦੀ ਪੋਪੂਲੇਸ਼ਨ ਤੇ ਹਾਰਮ ਆਏਗਾ। So for railways, for industries, for roads, whatever we are making, all of this will impact the population, and that is why we are seeing the 20% drop, ਰਾਈਟ। ਅਗਰ ਤੁਸੀਂ ਸੈਂਟਰਲ ਐਂਡ ਈਸਟਰਨ ਇੰਡੀਆ 'ਚ ਦੇਖੋ ਆਲਮੋਸਟ 41% ਦਾ ਚੇਂਜ ਆ ਰਿਹਾ ਹੈ। ਵੈਸਟਰਨ ਘਾਟਸ ਦੇ ਵਿੱਚ 17%, ਸ਼ਿਵਾਲਿਕ ਦੇ ਵਿੱਚ 1.6%, ਪੂਰੇ ਇੰਡੀਆ ਵਿੱਚ ਓਵਰਆਲ ਆਲਮੋਸਟ 20% ਦਾ ਪੋਪੂਲੇਸ਼ਨ ਚੇਂਜ ਦੇਖਿਆ ਗਿਆ ਹੈ। ਦਿਸ ਇਜ਼ ਅ ਵੈਰੀ ਵੈਰੀ ਕੰਸਰਨਿੰਗ ਥਿੰਗ, ਰਾਈਟ। ਲੈਪਰਡ ਡਾਟਾ ਉਸ ਤਰੀਕੇ ਨਾਲ ਆਇਆ ਹੈ, ਇਹ ਉੜੀਸਾ ਦਾ ਹੀ ਹੈ, ਸਿਰਫ ਪੂਰੀ ਕੰਟਰੀ ਦਾ ਨਹੀਂ ਹੈ। ਸੋ ਉੜੀਸਾ ਦੇ ਵਿੱਚ ਓਵਰਆਲ 22% ਇਨਕਰੀਜ਼ ਦੇਖਿਆ ਗਿਆ ਹੈ ਲੈਪਰਡ ਪੋਪੂਲੇਸ਼ਨ ਦੇ ਵਿੱਚ in the last 2 years, although overall the drop ਹੀ ਹੈ, right। these you can use in environment ਦੇ questions ਚ ਕਈ ਵਾਰ ਪੁੱਛ ਲੈਂਦੇ ਆ ਵਾਈਲਡ ਲਾਈਫ ਤੇ, so try to remember these datas, right। now this is very important, ਨੀਤੀ ਆਯੋਗ ਦੀ ਰਿਪੋਰਟ ਆਈ ਹੈ ਪੈਂਡੈਮਿਕ ਪ੍ਰੀਪੇਅਰਡਨੈਸ ਐਂਡ ਐਮਰਜੈਂਸੀ ਰਿਸਪੌਂਸ ਤੇ, ਠੀਕ ਹੈ। ਦੇਖੋ ਆਪਾਂ ਕੋਵਿਡ ਆਇਆ ਸੀ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕੋਵਿਡ ਦੇ ਰਿਸਪੌਂਸ 'ਚ ਹੁਣ ਆਪਾਂ ਕਿਵੇਂ ਮੈਨੇਜ ਕਰਨਾ ਹੈ ਕੋਵਿਡ ਨੂੰ, ਰਾਈਟ। ਸੋ ਹੁਣ ਫਿਊਚਰ ਵਿੱਚ ਇਹ ਜਿਹੇ ਪੈਂਡੈਮਿਕਸ ਲਈ ਪ੍ਰੀਪੇਅਰਡ ਰਹਿਣ ਲਈ ਸਾਡੀ ਗਵਰਨਮੈਂਟ ਨੇ ਨੀਤੀ ਆਯੋਗ ਨੂੰ ਇਹ ਕੰਮ ਦਿੱਤਾ ਸੀ ਟੂ ਮੇਕ ਅ ਪਲਾਨ। ਸੋ ਇਸੇ ਲਈ 4 ਮੇਜਰ ਪਿਲਰਸ ਦੇ ਅਰਾਊਂਡ ਨੀਤੀ ਆਯੋਗ ਨੇ ਰਿਕਮੈਂਡੇਸ਼ਨ ਦਿੱਤੀ ਹੈ, ਰਾਈਟ। ਵਾਟ ਡਜ਼ ਇਟ ਸੇ ਕਿ ਭਾਈ ਆਪਾਂ 4 ਏਰੀਆਜ਼ 'ਚ ਵਰਕ ਕਰਨਾ ਹੈ। ਫਰਸਟ ਇਜ਼ ਬੈਟਰ ਗਵਰਨੈਂਸ ਆਫ ਪੈਂਡੈਮਿਕਸ, second is data management for pandemics, research and innovation to manage pandemics, and partnerships and community engagement. So governance ਚ basically ਇਹ ਕਿਆ ਕਹਿ ਰਿਹਾ ਕਿ ਸਾਡੇ ਕੋਲ ਜਦੋਂ ਕੋਵਿਡ ਆਇਆ ਸੀ ਕੋਈ law ਨਹੀਂ ਸੀ to manage covid, so what we firstly need is ਇੱਕ public health emergency management act ਚਾਹੀਦੀ ਹੈ which can help us deal with these
these pandemic type situations ਜਿਸ 'ਚ ਡੈਡੀਕੇਟਡਲੀ ਲਿਖ ਲਿਆ ਹੋਵੇ ਕਿ ਕਿਹੜੀ ਅਥਾਰਟੀ ਦੀ ਕਿਆ ਰਿਸਪੌਂਸਿਬਿਲਿਟੀ ਹੋਗੀ ਐਂਡ empowered group of government ਬਣਾਏ ਜਾਣੇ ਚਾਹੀਦੇ ਹੈ who will look after all of these issues ਠੀਕ ਹੈ ਡਾਟਾ ਲਈ ਓਬਵੀਅਸਲੀ ਬਿਮਾਰੀਆਂ ਦਾ ਡਾਟਾ ਸਰਵੇਲੈਂਸ ਡਾਟਾ ਆਪਾਂ ਨੇ ਰੱਖਣਾ ਹੈ ਸਟਰੋਂਗ ਸਰਵੇਲੈਂਸ ਨੈਟਵਰਕ ਬਣਾ ਕੇ ਸੋ ਦੈਟ ਵੀ ਹੈਵ ਦੀ ਨੌਲੇਜ ਟੂ ਡੀਲ ਵਿਦ ਥੀਸ ਪੈਂਡੈਮਿਕਸ ਠੀਕ ਹੈ ਰਿਸਰਚ ਐਂਡ ਇਨੋਵੇਸ਼ਨ ਨੂੰ ਇਸ ਏਰੀਆ 'ਚ ਪੁਸ਼ ਕਰਨ ਲਈ ਫੰਡ ਕ੍ਰੀਏਟ ਕਰੋ ਐਂਡ ਸੈਂਟਰ ਆਫ ਐਕਸੀਲੈਂਸ ਕ੍ਰੀਏਟ ਕਰੋ ਹੂ ਵਿਲ ਵਰਕ ਔਨ ਦਿਸ ਏਰੀਆ ਰਾਈਟ ਰਿਸਰਚ ਦੇ ਏਰੀਆ ਤੇ ਕੰਮ ਕਰਨਗੇ ਐਂਡ ਫਾਈਨਲੀ ਸੈਂਟਰ ਸਟੇਟ ਗਵਰਨਮੈਂਟ ਦੇ ਵਿੱਚ ਪਾਰਟਨਰਸ਼ਿਪ ਇੰਸਟੀਟਿਊਸ਼ਨਸ ਦੇ ਵਿੱਚ ਪਾਰਟਨਰਸ਼ਿਪ ਇੰਟਰਨੈਸ਼ਨਲ ਲੈਵਲ ਤੇ ਪਾਰਟਨਰਸ਼ਿਪ ਸੈਂਟਰ ਸਟੇਟ ਲੋਕਲ ਲੈਵਲ ਤੇ ਪਾਰਟਨਰਸ਼ਿਪ ਵਿਲ ਬੀ ਰਿਕੁਆਇਰਡ ਅਗਰ ਅਸੀਂ ਕਿਸੇ ਵੀ ਪੈਂਡੈਮਿਕ ਨੂੰ ਡੀਲ ਕਰਨਾ ਚਾਹੁੰਦੇ ਹਾਂ ਤਾਂ ਇਹ ਸਭ ਪ੍ਰੀਪੇਅਰਨੈਸ ਪਹਿਲੇ ਹੀ ਕਰਨੀ ਜ਼ਰੂਰੀ ਹੈ ਠੀਕ ਹੈ now this is very important report ਇਹ ਤੇ ਇੱਕ ਡੈਡੀਕੇਟਡ ਕੁਐਸਚਨ ਆ ਸਕਦਾ ਹੈ ਸੋ ਪਲੀਜ਼ ਇਹਨੂੰ ਅੱਛੇ ਤਰੀਕੇ ਨਾਲ ਰੀਡ ਕਰਿਓ ਆਈ ਵਿਲ ਸ਼ੇਅਰ ਦਿਸ ਵਿਦ ਯੂ ਠੀਕ ਹੈ ਜੀ ਦੈਨ ਪ੍ਰਾਈਮ ਮਿਨਿਸਟਰ ਦਾ ਇੰਟਰਨਸ਼ਿਪ ਪ੍ਰੋਗਰਾਮ ਸਕੀਮ ਜਿਹੜੀ ਹੈ ਇਹਨਾਂ ਨੇ ਬਜਟ 'ਚ ਅਨਾਉਂਸ ਕੀਤੀ ਸੀ ਉਹ ਫਾਈਨਲੀ ਇਟ ਵਿਲ ਬੀ ਲਾਂਚਡ 500 ਕੰਪਨੀਜ਼ ਜਿਹੜੀਆਂ ਦੇ ਵਿਲ ਬੀ ਪਾਰਟਿਸਿਪੇਟਿੰਗ ਇਨ ਪ੍ਰੋਵਾਈਡਿੰਗ ਸਕਿੱਲਸ ਔਨ ਜੌਬ ਟੂ ਦੀ ਯੂਥ ਸੋ 1 ਕਰੋੜ ਯੂਥ ਨੂੰ ਅਗਲੇ 5 ਸਾਲ ਦੇ ਵਿੱਚ ਟ੍ਰੇਨ ਕਰਨ ਦਾ ਟਾਰਗੇਟ ਹੈ ਵਿਦ ਦੀ ਕਾਸਟ ਆਫ 800 ਕਰੋੜ ਰੁਪੀਜ਼ ਰਾਈਟ ਸੋ ਇਹਦਾ ਨਾਮ ਵੀ ਪੀਐਮਜ਼ ਇੰਟਰਨਸ਼ਿਪ ਸਕੀਮ ਹੈ ਜਸਟ ਰਿਮੈਂਬਰ ਦਿਸ ਕੁਐਸਚਨ ਵਗੈਰਾ ਆ ਸਕਦਾ ਹੈ these 3 ਡਾਟਾਜ਼ ਆਰ ਇੰਪੋਰਟੈਂਟ right india the oil imports da data aaya hai sab to zyada imports we are having from Saudi Arabia almost 40% are coming from Saudi Arabia almost 19% are coming from UAE 6.4% from Russia and 3.3% from Iraq right Iran te kyunki inne sanctions lage hoye ne so we are not able to import much oil from them but this is the current data ਇਹ ਚੇਂਜ ਹੁੰਦਾ ਰਹਿੰਦਾ ਹੈ just keep checking now ਸਵੱਛ ਭਾਰਤ ਮਿਸ਼ਨ 2.0 ਸਵੱਛ ਭਾਰਤ ਸਾਨੂੰ ਪਤਾ ਹੈ ਸਵੱਛ ਭਾਰਤ ਬਣਿਆ ਸੀ ਕਲੈਨਲੀਨੈਸ ਐਂਡ ਟਾਇਲਟਸ ਵਗੈਰਾ ਕ੍ਰੀਏਟ ਕਰਨ ਲਈ ਓਪਨ ਡੈਫਿਕੇਸ਼ਨ ਫ੍ਰੀ ਕ੍ਰੀਏਟ ਕਰਨ ਲਈ ਰਾਈਟ now ਸਵੱਛ ਭਾਰਤ 2.0 ਕਿਆ ਹੈ ਇਸ 'ਚ ਹਾਇਰ ਲੈਵਲ ਆਫ ਟਾਰਗੇਟਸ ਰੱਖੇ ਗਏ ਨੇ ਜਿਵੇਂ ਲੈਗੇਸੀ ਵੇਸਟ ਮੈਨੇਜਮੈਂਟ ਇਹਦਾ ਇੱਕ ਟਾਰਗੇਟ ਹੈ ਲੈਗੇਸੀ ਵੇਸਟ ਮਤਲਬ ਸਾਲਾਂ ਤੋਂ ਜਿਹੜਾ ਵੇਸਟ ਇਕੱਠਾ ਹੁੰਦਾ ਰਹਿੰਦਾ ਹੈ ਵੀ ਹੈਵ ਨਾਟ ਟ੍ਰੀਟਡ ਦੈਟ ਡੰਪਸਟਰਸ 'ਚ ਪਿਆ ਰਹਿੰਦਾ ਹੈ ਲੈਂਡਫਿਲਸ 'ਚ ਪਿਆ ਰਹਿੰਦਾ ਹੈ ਵੀ ਹੈਵ ਨਾਟ ਫਾਊਂਡ ਐਨੀ ਸੋਲਿਊਸ਼ਨ ਫॉर दैट ਠੀਕ ਹੈ ਇਹ ਕਾਫੀ ਹਾਰਮਫੁਲ ਹੁੰਦਾ ਹੈ ਮਿਥੇਨ ਗੈਸ ਐਮਿਸ਼ਨਸ ਹੁੰਦੀਆਂ ਹੈ ਬਹੁਤ ਸਾਰੀ ਸਕਿਨ ਐਲਰਜੀਜ਼ ਐਸਥਮਾ ਇਹ ਜੀ ਬਹੁਤ ਸਾਰੀ ਬਿਮਾਰੀਆਂ ਇਹਨਾਂ ਦੀ ਵਜ੍ਹਾ ਤੋਂ ਹੁੰਦੀਆਂ ਹੈ ਰਾਈਟ ਸੋ ਨਾਓ ਇਨ ਦੀ ਸਵੱਛ ਭਾਰਤ 2.0 ਮਿਸ਼ਨ ਇਹ ਲੈਗੇਸੀ ਵੇਸਟ ਤੇ ਜਿਹੜਾ ਹੈ ਗਵਰਨਮੈਂਟ ਮਿਊਨਿਸਪੈਲਿਟੀਜ਼ ਜਿਹੜੀਆਂ ਹੈ ਉਹ ਕੰਮ ਕਰਨਗੀਆਂ right read about this question can be asked in environment part gs4 ਲਈ ਇਹ ਬਹੁਤ ਜ਼ਿਆਦਾ important ਹੈ so read this all in detail right next ਇਹ ਕਾਸਟ ਦੇ ਉੱਤੇ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਆਈ ਹੈ ਪ੍ਰਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਕਾਸਟ ਬੇਸਡ ਡਿਸਟਿੰਕਸ਼ਨ ਜਿਹੜੀ ਦੇਖੀ ਗਈ ਹੈ ਐਂਡ ਇਹ ਕਲੋਨੀਅਲ ਲੈਗੇਸੀ ਹੈ ਕਲੋਨੀਅਲ ਟਾਈਮ ਤੋਂ ਹੀ ਬ੍ਰਿਟਿਸ਼ ਲੋਕ ਕਿਆ ਕਰਦੇ ਸੀ ਕਿ ਕਾਸਟ ਦੇ ਬੇਸਿਸ ਤੇ ਪ੍ਰਿਜ਼ਨਰਸ ਨੂੰ ਉਹਨਾਂ ਦੇ ਕੰਮ ਅਸਾਈਨ ਕਰਦੇ ਸੀ ਜਿਵੇਂ ਸੈਨੀਟੇਸ਼ਨ ਵਰਕ ਸੋ ਕਾਲਡ ਲੋਅਰ ਕਾਸਟ ਨੂੰ ਦਿੱਤਾ ਜਾਏਗਾ ਫੂਡ ਮੈਨੇਜਮੈਂਟ ਦਾ ਵਰਕ ਹਮੇਸ਼ਾ ਖਾਣਾ ਬਣਾਉਣ ਦਾ ਵਰਕ ਹਮੇਸ਼ਾ ਸੋ ਕਾਲਡ ਹਾਇਰ ਕਾਸਟ ਨੂੰ ਦਿੱਤਾ ਜਾਂਦਾ ਸੀ ਉਹਦੇ ਅਗੇਂਸਟ ਹੀ ਹੁਣ ਇੱਕ PIL ਫਾਈਲ ਕੀਤੀ ਸੀ ਸੁਕੰਨਿਆ ਸ਼ਾਂਤਾ ਨਾਮ ਦੇ ਜਰਨਲਿਸਟ ਨੇ ਸੋ ਉਹਦੇ ਰਿਸਪੌਂਸ 'ਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਿਜ਼ਨ 'ਚ ਜਿੰਨੀ ਵੀ ਕਾਸਟ ਬੇਸਡ ਡਿਸਟਿੰਕਸ਼ਨ ਹੈ ਦਿਸ ਇਜ਼ ਅਗੇਂਸਟ ਰਾਈਟ ਟੂ ਡਿਗਨਿਟੀ ਰਾਈਟ ਦਿਸ ਇਜ਼ ਅਗੇਂਸਟ ਰਾਈਟ ਅਗੇਂਸਟ ਦ ਫੋਰਸਡ ਲੇਬਰ ਰਾਈਟ ਸੋ ਇਸੇ ਲਈ ਸਾਰੀ ਸਟੇਟਸ ਨੂੰ ਇਹ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਭਈ ਇਹਨੂੰ ਇੰਪਲੀਮੈਂਟ ਕੀਤਾ ਜਾਵੇ ਪ੍ਰਿਜ਼ਨ ਮੈਨੂਅਲਸ ਅਪਡੇਟ ਕੀਤੇ ਜਾਣ ਜਿੱਤੇ ਸਿਵੀਅਰ ਰਿਸਟ੍ਰਿਕਸ਼ਨਸ ਜਾਂ ਪਨਿਸ਼ਮੈਂਟਸ ਲਗਾਈਆਂ ਜਾਣ ਫॉर ਕਾਸਟ ਬੇਸਡ distinctions in prisons ठीक है so that will be important judgment याद रखो now देखो this is India ਦਾ ਇੱਕ important neighbor ਹੈ Mauritius Mauritius ਤੇ UK ਦੇ ਵਿੱਚ ਕਾਫੀ ਕਨਫਲਿਕਟ ਚੱਲਦਾ ਹੈ for what is called as Chagos Island ਰਾਈਟ ਦੇਖੋ ਮੋਰੀਸ਼ੀਅਸ ਜਿਹੜਾ ਹੈ UK ਦੀ ਜਿਹੜੀ ਹੈ ਕਲੋਨੀ ਰਹੀ ਹੈ ਮੋਸਟਲੀ ਤਾਂ UK ਨੇ ਫ੍ਰੀ ਕਰਤਾ ਸੀ ਮੋਰੀਸ਼ੀਅਸ ਨੂੰ ਬਟ ਦਿਸ ਚਾਗੋਸ ਆਈਲੈਂਡ ਦੇ ਸਟਿਲ ਕਲੇਮਡ ਕਿਉਂਕਿ ਇਹ ਸਟ੍ਰੈਟੇਜਿਕਲੀ ਬਹੁਤ ਇੰਪੋਰਟੈਂਟ ਹੈ ਇੱਥੇ US ਦਾ नेवल बेस या आर्मी बेस भी है डियागो गार्सिया पूरे इंडियन ओशियन ते वॉच रखने ਲਈ ਇਹ ਆਈਲੈਂਡ ਕਾਫੀ ਇੰਪੋਰਟੈਂਟ ਹੈ for UK and USA so that is why they were not giving it to Mauritius ਤਾਂ ਸਾਲਾਂ ਤੋਂ ਇਹ ਤੇ conflict ਚੱਲ ਰਿਹਾ ਹੈ but now finally after so many years UK has agreed to give it to Mauritius that is why this is a very mean kind of development India has supported the sovereignty of Mauritius over its territory India ਹਮੇਸ਼ਾ sovereignty ਤੇ territorial integrity ਲਈ stand ਕਰਦਾ ਹੈ so India is also
सपोर्टिव ऑफ मॉरिशस। सो ये छोटी सी जो डेवलपमेंट है लिख के रखो। प्रीलिम्स मेंस दोनों ਵਿੱਚ यूज कर सकते हो राइट। नक्सलिज्म वेरी इंपॉर्टेंट टॉपिक। इंडिया ਦਾ बहुत सारी स्टेट्स है ਜਿਹੜੀ ਕਿ ਨਕਸਲਿਜ਼ਮ ਤੋਂ ਹਜੇ ਵੀ ਇੰਪੈਕਟਡ ਹੈ although India has tried to fight a lot। ਸੋ ਲੇਟੈਸਟ ਆਪਰੇਸ਼ਨਸ ਦੇ ਅੰਡਰ ਦੋ ਮੇਜਰ ਆਪਰੇਸ਼ਨਸ ਇਸੇ ਸਾਲ ਹੋਏ ਨੇ ਤੇ ਇਹ ਸੈਕੰਡ ਹਾਈਐਸਟ ਡੈਥਸ ਹੈ ਜੋ ਨਕਸਲਸ ਦੀਆਂ ਹੋਈਆਂ ਹੈ। 28 ਨਕਸਲਾਈਟਸ हैव been killed in this latest operation and this is one of the highest in all time right। so that we have to remember confrontation ਵੱਧ ਰਹੀ ਹੈ, ਗਵਰਨਮੈਂਟ ਦਾ ਇੰਪੈਕਟ ਵੱਧ ਰਿਹਾ ਹੈ on these naxals right। Next topic है Venus Orbiter mission। India of the first mission on Venus will be launching। It is scheduled to be launched in 2028। हजे 3 साल और पए ने। Total ਇਹਦੀ cost 123 1236 ਕਰੋੜ ਰਹੇਗੀ। LVM-3 ਤੇ ਇਹ ਲਾਂਚ ਕੀਤਾ ਜਾਏਗਾ। ਲਾਂਚ ਵਹੀਕਲ ਮਾਰਕ 3 ਹੁੰਦਾ ਹੈ, ਬਹੁਤ ਹੈਵੀ ਮਿਸ਼ਨਸ ਨੂੰ ਲਾਂਚ ਕਰਨ ਲਈ ਯੂਜ਼ ਹੁੰਦਾ ਹੈ। ਇਹ ਮਿਸ਼ਨ ਦੇ ਆਬਜੈਕਟਿਵਸ ਕਿਆ ਰਹਿਣਗੇ? ਵੀਨਸ ਦੀ ਡਸਟ ਨੂੰ ਸਟੱਡੀ ਕਰਨਾ, ਟੂ ਨੋ ਮੋਰ ਅਬਾਊਟ ਦ ਕੈਰੈਕਟਰਿਸਟਿਕਸ ਆਫ ਵੀਨਸ ਰਾਈਟ। ਉਹਦੀ ਟੋਪੋਗ੍ਰਾਫੀ ਨੂੰ ਮੈਪ ਕਰਨਾ ਰਾਈਟ। ਸਬ ਸਰਵਿਸ ਕੈਰੈਕਟਰਿਸਟਿਕਸ ਨੂੰ ਸਟੱਡੀ ਕਰਨਾ, ਵੀਨਸ ਦਾ ਜੋ एयर ग्लो है ਉਹਨੂੰ ਸਟੱਡੀ ਕਰਨਾ and finally study the solar X-ray spectrum there at Venus। basically all the Venus the details will be tried to be gathered in this mission। ठीक है, सो ਇਹਨੂੰ ਥੋੜਾ ਦੇਖ ਲਓ। this is important for prelims exam right। now असम ਦੀ 8 products ਨੂੰ GI tag ਦਿੱਤਾ ਗਿਆ ਹੈ। that is what we have covered। so try to remember the names and these products। ਤਿੰਨ ਤਾਂ ਰਾਈਸ ਬੀਅਰ ਦੀ ਵੇਰੀਐਂਟਸ ਹੀ ਹੈ ਜਿਨ੍ਹਾਂ ਨੂੰ GI tag ਮਿਲਿਆ ਹੈ। these are the 3 rice beer variants। then fermented fish है बोदो नाफाम, उसनू मिलेगा। बोदो उंदला राइस पाउडर करी आइटम है, इसनू मिलेगा। then again बोदो गावखा, बोदो नार्जी a fermented food prepared in Assam with jute leaves। then बोदो अरुणाई which is a beautiful cloth that is there in that local region। so all of these 8 products they have got the GI tag right। so ਇਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ। questions are possible although bodo to it will be very easy to remember but anyways try to remember the products that have been given these GI tag। ਠੀਕ ਹੈ ਜੀ। now WHO ਨੇ first mpox ਦਾ ਜਿਹੜਾ treatment ਹੈ you can say that they have kind of approved। ਇਹਦਾ ਨਾਮ ਯਾਦ ਰੱਖਣਾ ਆਪਾਂ Alinity MPXVSA right। ਸੋ ਇਹਦਾ ਨਾਮ ਯਾਦ ਰੱਖਣਾ ਹੈ ਆਪਾਂ ਨੂੰ। ਇਸ ਤੇ ਕੁਐਸਚਨ ਆ ਸਕਦਾ that which treatment which process is used to treat that has been approved recently by WHO for mpox। mpox ਨੂੰ ਡਾਇਗਨੋਸ ਕਰਨ ਲਈ ਕਿ ਵੀ ਤੁਹਾਨੂੰ monkeypox ਹੈ ਕਿ ਨਹੀਂ, ਉਹਦੇ ਲਈ ਇਹ ਜਿਹੜਾ ਹੈ ਟੈਸਟ ਜਿਹੜਾ ਹੈ ਅਪਰੂਵ ਕੀਤਾ ਗਿਆ ਹੈ right। finally ਇੰਡੀਆ ਕਜ਼ਾਕਿਸਤਾਨ ਦੀ ਮਿਲਟਰੀ ਐਕਸਰਸਾਈਜ਼ ਹੋ ਰਹੀ ਹੈ। ਇਹਦਾ ਨਾਮ ਯਾਦ ਰੱਖਣਾ ਆਪਾਂ ਖਾਜਿੰਡ ਰਾਈਟ। मैंने ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਐਕਸਰਸਾਈਜ਼ਸ ਤੇ ਕੰਟਰੀਜ਼ ਦਾ ਟੇਬਲ ਬਣਾ ਕੇ ਰੱਖੋ। that will be very useful for you in the examination prelims right means also। so add this exercise to your table itself if you have already made right। that is all for today's discussion। please feel free to connect us at 8837604500 for all your queries। we are starting with our fresh batches also, so start your preparation now to be prepared in a timely manner right। that will be all for today। thank you so much for joining। for this PDF also you can join our Telegram channel जिसका link you will get in the description box right। all the very best to you।